ਪੰਜਾਬੀ ਲੋਕਧਾਰਾ ਗਰੁੱਪ ਦੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦਾ ਕਿ ਤੁਸੀਂ ਠੀਕ ਠਾਕ ਹੋਵੋਗੇ। ਅੱਜ ਦਾ ਵਿਸ਼ਾ ਆਪਣਾ ਨਾਟਕ ਤੇ ਰੰਗਮੰਚ ਦੀ ਭੂਮਿਕਾ ਸਾਡੀ ਜ਼ਿੰਦਗੀ ਦੇ ਵਿੱਚ। ਪਰ ਉਸ ਤੋਂ ਪਹਿਲਾਂ ਮੈਂ 2-4 ਮਿੰਟਾਂ ਦੇ ਵਿੱਚ ਕੁਝ ਇਹੋ ਜਿਹੀਆਂ ਗੱਲਾਂ ਤੁਹਾਡੇ ਨਾਲ ਕਰੂੰਗਾ ਜਿਹੜੀਆਂ ਸਾਡੀ ਪੰਜਾਬ ਦੀ ਵਿਰਸੇ ਵਿਰਾਸਤ ਨਾਲ ਜੁੜੀਆਂ ਹੋਈਆਂ ਨੇ ਤੇ ਜਿਹੜੀਆਂ ਬਾਅਦ ਦੇ ਵਿੱਚ ਨਾਟਕ ਦੇ ਨਾਲ ਜੁੜਨਗੀਆਂ। ਦੋਸਤੋ, ਪੰਜਾਬੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਪੰਜਾਬ ਨੇ ਦੁਨੀਆ ਨੂੰ ਬਹੁਤ ਸਾਰੇ ਮਾਡਲ ਦਿੱਤੇ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲਾ ਮਾਡਲ ਚਿੰਤਨ ਦਾ ਮਾਡਲ ਸੀ। ਅਸੀਂ ਪੰਜਾਬੀ ਆਪਣੇ ਆਪ 'ਤੇ ਮਾਣ ਕਰ ਸਕਦੇ ਹਾਂ ਕਿ ਅਸੀਂ ਦੁਨੀਆ ਨੂੰ ਚਿੰਤਨ ਦੀ ਪਹਿਲੀ ਪਰੰਪਰਾ ਦਿੱਤੀ। ਉਹ ਚਾਹੇ ਰਿਗਵੇਦ ਦੇ ਰੂਪ ਦੇ ਵਿੱਚ ਪਹਿਲੀ ਕਿਤਾਬ ਹੋਵੇ ਤੇ ਚਾਹੇ ਵਿਆਕਰਨ ਦੇ ਰੂਪ ਦੇ ਵਿੱਚ ਪਾਣਿਨੀ ਦੀ ਅਸ਼ਟਾਧਿਆਈ ਹੋਵੇ ਤੇ ਚਾਹੇ ਦੁਨੀਆ ਦੇ ਬਹੁਤ ਮਹਾਨ, ਵਿਲੱਖਣ ਤੇ ਆਦਰਸ਼ਕ ਜੀਵਨ ਜਾਂਚ ਦੀ ਪ੍ਰਤੀਨਿਧਤਾ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਹੋਣ। ਉਹ ਚਾਹੇ ਸੂਫੀਆਂ ਦੀਆਂ ਕਾਫੀਆਂ ਹੋਣ ਤੇ ਚਾਹੇ ਕਿੱਸਾਕਾਰਾਂ ਦੇ ਕਿੱਸੇ ਹੋਣ। ਇਹ ਸਾਡੀ ਬਹੁਤ ਖੂਬਸੂਰਤ ਤੇ ਮਾਣ ਕਰਨਯੋਗ ਪਰੰਪਰਾ ਹੈ ਜਿਹੜੀ ਪੰਜਾਬੀਆਂ ਨੇ ਦਿੱਤੀ, ਤੇ ਇਹਦੇ ਵਿੱਚੋਂ ਹੀ ਨਾਟਕ ਦੀ ਪਰੰਪਰਾ ਵੀ ਨਿਕਲਦੀ ਹੈ। ਨਾਟਕ ਇੱਕ ਇਹੋ ਜਿਹੀ ਵਿਧਾ ਹੈ ਜਿਹਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਦੋਂ ਮਨੁੱਖ ਇਸ ਧਰਤੀ 'ਤੇ ਪੈਦਾ ਹੋਇਆ ਉਹਦੇ ਨਾਲ ਹੀ ਨਾਟਕ ਪੈਦਾ ਹੋਇਆ। ਕਿਉਂਕਿ ਜੇ ਆਪਾਂ ਥੋੜ੍ਹਾ ਜਿਹਾ ਸਮਝੀਏ ਤਾਂ ਜਿਹੜੀ ਭਾਸ਼ਾ ਨਾਲ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਇਹ ਭਾਸ਼ਾ ਭਾਵੇਂ ਬਹੁਤ ਪੁਰਾਣੀ ਹੈ, ਪਰ ਇਹ ਭਾਸ਼ਾ ਬੰਦੇ ਦੇ ਨਾਲ ਨਹੀਂ ਜੰਮੀ ਸੀ। ਲਿਖਤੀ ਭਾਸ਼ਾ ਤਾਂ ਖੈਰ ਹੁਣ ਦੀਆਂ ਗੱਲਾਂ ਨੇ, ਪਰ ਉਸ ਤੋਂ ਪਹਿਲਾਂ ਜਿਹੜੀ ਭਾਸ਼ਾ ਮੈਂ ਬੋਲ ਰਿਹਾ ਤੁਹਾਡੇ ਨਾਲ, ਜਿਹੜੀ ਜ਼ੁਬਾਨਾਂ ਦੀ ਗੱਲ ਕਰ ਰਿਹਾ, ਇਹ ਭਾਸ਼ਾ ਸਾਡੇ ਨਾਲ ਨਹੀਂ ਜੰਮੀ ਸੀ। ਇਸ ਤੋਂ ਪਹਿਲਾਂ ਸਾਡੇ ਕੋਲ ਸਿਰਫ ਜਜ਼ਬਿਆਂ ਦੀ ਜ਼ੁਬਾਨ ਸੀ ਤੇ ਸੰਕੇਤਾਂ ਦੀ ਜ਼ੁਬਾਨ ਸੀ, ਤੇ ਨਾਟਕ ਦਾ ਮਤਲਬ ਹੀ ਜਜ਼ਬਿਆਂ ਦੀ ਜ਼ੁਬਾਨ ਨੂੰ ਸੰਕੇਤਾਂ ਰਾਹੀਂ ਪੇਸ਼ ਕਰਨਾ ਹੁੰਦਾ ਹੈ। ਮੈਂ ਨਾਟਕ ਦੇ ਪਿਛੋਕੜ ਬਾਰੇ ਗੱਲ ਕਰਦਾ ਤਾਂ ਕਿ ਤੁਹਾਨੂੰ ਗੱਲ ਸਮਝ ਆਵੇ। ਕਲਪਨਾ ਕਰੋ ਕਿ ਜਦੋਂ ਬੰਦੇ ਨੇ ਪਹਿਲਾ ਸ਼ਿਕਾਰ ਮਾਰਿਆ ਹੋਊ ਤਾਂ ਸ਼ਿਕਾਰ ਮਾਰਨ ਵੇਲੇ ਜਿਸ ਤਰ੍ਹਾਂ ਉਹਨੇ ਪੂਰੀ ਬਹਾਦਰੀ ਨਾਲ ਉਸ ਸ਼ਿਕਾਰ ਦਾ ਮੁਕਾਬਲਾ ਕੀਤਾ, ਉਸ ਨੂੰ ਮਾਰਿਆ, ਉਸ ਤੋਂ ਬਾਅਦ ਉਹਨੇ ਇਸ਼ਾਰਿਆਂ ਦੇ ਨਾਲ ਆਪਣੇ ਸਾਥੀਆਂ ਨੂੰ ਦੱਸਿਆ, ਐਕਟਿੰਗ ਕਰਕੇ ਦੱਸਿਆ ਕਿ ਮੈਂ ਆਹ ਕੰਮ ਐਂ ਕੀਤਾ, ਤਾਂ ਇਹਨੂੰ ਦੁਨੀਆ ਦਾ ਪਹਿਲਾ ਨਾਟਕ ਕਿਹਾ ਜਾਂਦਾ ਹੈ। ਤੇ ਹਰ ਰੋਜ਼ ਜ਼ਿੰਦਗੀ ਦੇ ਵਿੱਚ ਹਰ ਬੰਦਾ ਨਾਟਕ ਕਰਦਾ ਹੈ। ਬੱਚਾ ਰੁੱਸ ਜਾਂਦਾ ਹੈ ਤਾਂ ਨਾਟਕ ਕਰਦਾ ਹੈ। ਅਸੀਂ ਕਿਸੇ ਤੋਂ ਕੋਈ ਚੀਜ਼ ਮੰਗਦੇ ਹਾਂ ਤਾਂ ਨਾਟਕ ਕਰਦੇ ਹਾਂ। ਕਿਸੇ ਦਾ ਸਵਾਗਤ ਕਰਦੇ ਹਾਂ ਤਾਂ ਉਹ ਵੀ ਨਾਟਕ ਹੈ। ਕਿਸੇ ਨਾਲ ਗੱਲਾਂ ਬਾਤਾਂ ਕਰਦੇ ਹਾਂ, ਕਿਸੇ ਖਾਸ ਘਟਨਾ 'ਤੇ ਕੋਈ ਰਿਐਕਸ਼ਨ ਦਿੰਦੇ ਹਾਂ। ਇਹ ਸਾਰੇ ਨਿੱਕੇ ਨਿੱਕੇ ਨਾਟਕ ਨੇ ਜੋ ਸਾਡੀ ਜ਼ਿੰਦਗੀ ਦੇ ਵਿੱਚ ਸਮਾਏ ਹੋਏ ਨੇ। ਤੇ ਸ਼ੇਕਸਪੀਅਰ ਦੁਨੀਆ ਦਾ ਸਭ ਤੋਂ ਵੱਡਾ ਨਾਟਕਕਾਰ, ਉਹ ਕਹਿੰਦਾ ਕਿ ਜ਼ਿੰਦਗੀ ਇੱਕ ਰੰਗਮੰਚ ਹੈ। ਇੱਥੇ ਹਰ ਬੰਦਾ ਇੱਕ ਪਾਤਰ ਹੈ। ਜਿਵੇਂ ਅਸੀਂ ਸਟੇਜ 'ਤੇ ਬਹੁਤ ਸਾਰੇ ਐਕਟਰ ਆਉਂਦੇ ਨੇ, ਉਹ ਅਲੱਗ-ਅਲੱਗ ਭੂਮਿਕਾ ਨਿਭਾ ਕੇ ਤੁਰੇ ਜਾਂਦੇ ਨੇ। ਜ਼ਿੰਦਗੀ ਦੇ ਰੰਗਮੰਚ 'ਤੇ ਵੀ ਅਸੀਂ ਸਾਰੇ ਆਉਂਦੇ ਹਾਂ ਅਤੇ ਆਪੋ ਆਪਣਾ ਰੋਲ ਨਿਭਾਉਂਦੇ ਹਾਂ ਅਤੇ ਇਸ ਧਰਤੀ ਤੋਂ ਚਲੇ ਜਾਂਦੇ ਹਾਂ। ਹੁਣ ਇਹ ਨਾਟਕ ਦੇ ਬੀਜ ਨੇ। ਇਹ ਨਾਟਕ ਨੂੰ ਸਮਝਣ ਦੀ ਇੱਕ ਪ੍ਰਕਿਰਿਆ ਹੈ ਕਿ ਨਾਟਕ ਹੁੰਦਾ ਕੀ ਹੈ। ਮੈਂ ਇੱਕ ਅਕਸਰ ਲਤੀਫੇ ਦੀ ਗੱਲ ਕਰਦਾ ਹੁੰਦਾ। ਉਹ ਲਤੀਫਾ ਇਹ ਹੈ ਜਿਹੜਾ ਨਾਟਕ ਦੇ ਨਾਲ ਜੁੜਦਾ, ਨਾਟਕ ਦੇ ਪਿਛੋਕੜ ਦੇ ਨਾਲ ਜੁੜਦਾ ਹੈ, ਕਿ ਇੱਕ ਬੱਚਾ ਆਪਣੇ ਘਰ ਦੇ ਵਿੱਚ ਆਪਣੇ ਡੈਡੀ ਨਾਲ ਬੈਠਾ ਹੈ ਅਤੇ ਕੋਈ ਬਾਹਰੋਂ ਬੰਦਾ ਆ ਕੇ ਬੈਲ ਖੜਕਾਉਂਦਾ ਹੈ ਅਤੇ ਡੈਡੀ ਵਿੰਡੋ ਵਿੱਚ ਦੀ ਦੇਖ ਲੈਂਦਾ ਕਿ ਬਾਹਰ ਕੌਣ ਹੈ, ਅਤੇ ਡੈਡੀ ਉਹਨੂੰ ਮਿਲਣਾ ਨਹੀਂ ਚਾਹੁੰਦਾ ਹੈਗਾ। ਅਤੇ ਉਹ ਬੱਚੇ ਨੂੰ ਕਹਿੰਦਾ ਕਿ ਪੁੱਤ ਜਾ, ਉਹਨੂੰ ਕਹਿ ਦੇ ਕਿ ਡੈਡੀ ਘਰ ਨਹੀਂ। ਅਤੇ ਬੱਚਾ ਜਾਂਦਾ ਹੈ, ਅੰਕਲ ਨੂੰ ਕਹਿੰਦਾ ਕਿ ਅੰਕਲ ਡੈਡੀ ਨੇ ਕਿਹਾ ਕਿ ਡੈਡੀ ਘਰ ਨਹੀਂ।
ਹੁਣ ਇਹ ਗੱਲ ਵਿਗੜ ਗਈ। ਬੱਚੇ ਨੇ ਨਾਟਕ ਸਹੀ ਨਹੀਂ ਕੀਤਾ ਜਿਹੜਾ ਨਾਟਕ ਕਰਨ ਵਾਸਤੇ ਉਹਨੂੰ ਕਿਹਾ ਗਿਆ ਸੀ। ਜਦੋਂ ਬੱਚੇ ਨੇ ਆ ਕੇ ਦੱਸਿਆ, ਉਹਦੇ ਡੈਡੀ ਨੇ ਪੁੱਛਿਆ ਕਿ ਕੀ ਕਿਹਾ ਸੀ, ਕਹਿੰਦਾ ਮੈਂ ਕਹਤਾ ਜੀ ਵੀ ਡੈਡੀ ਨੇ ਕਿਹਾ ਕਿ ਉਹ ਘਰ ਨਹੀਂ। ਤਾਂ ਇੱਕ ਜ਼ੋਰ ਦੀ ਚਪੇੜ ਹੈ ਜਿਹੜੀ ਉਸ ਬੱਚੇ ਦੇ ਮੂੰਹ 'ਤੇ ਵੱਜਦੀ ਹੈ। ਉਹਨੂੰ ਗਾਲ ਕੱਢ ਕੇ ਕਿਹਾ ਜਾਂਦਾ ਹੈ ਕਿ ਹਰਾਮਜ਼ਾਦੇ ਤੈਨੂੰ ਪਤਾ ਨਹੀਂ ਸੀ ਤੂੰ ਕਿਵੇਂ ਬੋਲਣਾ ਜਾ ਕੇ ਉੱਥੇ। ਹੁਣ ਇਹ ਇੱਕ ਛੋਟਾ ਜਿਹਾ ਨਾਟਕ ਹੈ ਜਿਹਦੇ ਵਿੱਚ ਬੱਚੇ ਨੂੰ ਇੱਕ ਰੋਲ ਦਿੱਤਾ ਉਹਦੇ ਡੈਡੀ ਨੇ। ਪਹਿਲਾਂ ਤਾਂ ਉਹਦਾ ਡੈਡੀ ਆਪ ਰੋਲ ਕਰ ਰਿਹਾ ਹੈ, ਮਿਲਦਾ ਨਹੀਂ ਹੈਗਾ, ਇਹ ਵੀ ਨਾਟਕ ਹੈ। ਉਸ ਤੋਂ ਬਾਅਦ ਉਹਨੇ ਨਾਟਕ ਬੱਚੇ ਨੂੰ ਸਿਖਾਇਆ ਕਿ ਤੂੰ ਜਾ ਕੇ ਐਂ ਕਹਿ। ਹੁਣ ਬੱਚਾ ਅਣਭੋਲ ਹੈ, ਉਹਨੇ ਡਾਇਲਾਗ ਤਾਂ ਸਹੀ ਬੋਲਤਾ ਪਰ ਮੂਹਰੇ ਇਹ ਲਾਤਾ ਕਿ ਡੈਡੀ ਅਲੱਗ ਡਾਇਲਾਗ ਆਪਣੇ ਕੋਲੋਂ ਜੋੜਤਾ। ਸੋ ਇਸ ਤਰ੍ਹਾਂ ਅਸੀਂ ਨਿੱਕੇ ਨਿੱਕੇ ਨਾਟਕ ਜ਼ਿੰਦਗੀ ਦੇ ਵਿੱਚ ਕਰਦੇ ਹਾਂ। ਅਤੇ ਜਦੋਂ ਮੈਂ ਪੰਜਾਬੀ ਨਾਟਕ ਅਤੇ ਰੰਗਮੰਚ ਦੀ ਗੱਲ ਕਰਾਂ ਤਾਂ ਪੰਜਾਬੀ ਨਾਟਕ ਅਤੇ ਰੰਗਮੰਚ ਦਾ ਜਿਹੜਾ ਪਿਛੋਕੜ ਵੀ ਨਾ ਸਾਡੀ ਲੋਕ ਧਾਰਾ ਦੇ ਨਾਲ ਜੁੜਿਆ ਹੋਇਆ ਹੈ। ਇਹ ਵੱਖਰੀ ਗੱਲ ਹੈ ਕਿ ਪੰਜਾਬ ਜੰਗਾਂ ਯੁੱਧਾਂ ਦੀ ਭੂਮੀ ਰਿਹਾ। ਬਦਕਿਸਮਤੀ ਕਹੀਏ ਜਾਂ ਖੁਸ਼ਕਿਸਮਤੀ ਕਹੀਏ ਪੰਜਾਬ ਦੀ, ਕਿ ਪੰਜਾਬ ਹਿੰਦੁਸਤਾਨ ਦੇ ਵਿੱਚ ਉਸ ਥਾਂ 'ਤੇ ਸਥਿਤ ਹੈ ਜਿੱਥੇ ਪੂਰੇ ਹਿੰਦੁਸਤਾਨ ਦੀ ਲੋਕੇਸ਼ਨ ਇਹ ਹੈ ਕਿ ਜੇ ਦੋ ਪਾਸੇ ਸਮੁੰਦਰ ਨੇ, ਤੀਜੇ ਪਾਸੇ ਪਰਬਤ ਹੈ, ਚੌਥਾ ਪਾਸਾ ਜਿਹੜਾ ਬਚਦਾ ਹੈ, ਜਿਹੜਾ ਮੈਦਾਨੀ ਇਲਾਕਾ ਹੈ, ਉੱਧਰ ਪੰਜਾਬ ਸਭ ਤੋਂ ਮੂਹਰੇ ਸੀ। ਇਹ ਅੱਜ ਵਾਲੇ ਪੰਜਾਬ ਦੀ ਮੈਂ ਗੱਲ ਨਹੀਂ ਕਰਦਾ, ਮੈਂ ਪੁਰਾਣੇ ਪੰਜਾਬ ਦੀ ਗੱਲ ਕਰਦਾ ਜਿਹਦੇ ਵਿੱਚ ਪਾਕਿਸਤਾਨੀ ਪੰਜਾਬ, ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਅਤੇ ਗੁਜਰਾਤ ਦਾ ਹਿੱਸਾ ਸੀ ਅਤੇ ਅਫਗਾਨਿਸਤਾਨ ਤੱਕ ਪੰਜਾਬ ਫੈਲਿਆ ਹੋਇਆ ਸੀ। ਸੋ ਜਿੰਨੇ ਹਮਲਾਵਰ ਆਏ ਉਹ ਸਾਰੇ ਪੰਜਾਬ ਦੀ ਧਰਤੀ ਤੋਂ ਹਿੰਦੁਸਤਾਨ ਦੇ ਵਿੱਚ ਇੰਟਰ ਕੀਤੇ ਅਤੇ ਪੰਜਾਬੀਆਂ ਨੂੰ ਪਹਿਲਾ ਮੁਕਾਬਲਾ ਕਰਨਾ ਪਿਆ, ਲੜਨਾ ਪਿਆ, ਜੂਝਣਾ ਪਿਆ ਅਤੇ ਮਰਨਾ ਪਿਆ। ਅਤੇ ਇਹ ਕੋਈ ਇੱਕ ਦਿਨ ਦੀ ਖੇਡ ਨਹੀਂ ਸੀ, ਇਹ ਸਦੀਆਂ ਦੀ ਪਰੰਪਰਾ ਸੀ ਪੰਜਾਬ ਦੀ। ਅੰਗਰੇਜ਼ਾਂ ਤੋਂ ਪਹਿਲਾਂ ਜਿੰਨੇ ਹਮਲਾਵਰ ਆਏ ਸਾਰੇ ਪੰਜਾਬ ਰਾਹੀਂ ਹਿੰਦੁਸਤਾਨ ਦੇ ਵਿੱਚ ਆਏ, ਅੰਗਰੇਜ਼ ਇਕੱਲੇ ਬੰਦਰਗਾਹਾਂ ਰਾਹੀਂ ਆਏ। ਸੋ ਇਸ ਕਰਕੇ ਲੜਨਾ ਪੰਜਾਬੀਆਂ ਦੀ ਹੋਣੀ ਬਣ ਗਿਆ। ਇਹਦੇ ਵਿੱਚ ਬਹੁਤ ਸਾਰੀਆਂ ਚੰਗੀਆਂ ਗੱਲਾਂ ਨਿਕਲੀਆਂ, ਪਰ ਇੱਕ ਚੀਜ਼ ਜਿਹਦਾ ਨੁਕਸਾਨ ਹੋਇਆ ਨਾਟਕ ਦੇ ਐਂਗਲ ਤੋਂ ਉਹ ਇਹ ਹੋਇਆ ਕਿ ਕਿਉਂਕਿ ਨਾਟਕ ਇੱਕ ਇਹੋ ਜਿਹੀ ਵਿਧਾ ਹੈ ਜਿਹਦੇ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹੁੰਦੇ ਨੇ ਅਤੇ ਇਹਦੀ ਲੰਮਾ ਸਮਾਂ ਤਿਆਰੀਆਂ ਅਤੇ ਰਿਹਰਸਲਾਂ ਕਰਨੀਆਂ ਪੈਂਦੀਆਂ ਨੇ। ਇਸ ਕਰਕੇ ਇਹ ਲੰਮੇ ਸਮੇਂ ਦੀ ਪ੍ਰੈਕਟਿਸ ਹੈ, ਲੰਮੇ ਸਮੇਂ ਦਾ ਅਭਿਆਸ ਹੈ। ਅਤੇ ਜਦੋਂ ਜੰਗਾਂ ਯੁੱਧਾਂ ਦੇ ਹਾਲਾਤ ਹੋਣ ਉਦੋਂ ਜਿਹੜੇ ਵੱਧ ਲੋਕਾਂ ਨੂੰ ਇਕੱਠੇ ਕਰਨਾ, ਵੱਧ ਐਕਟਰਾਂ ਨੂੰ ਇਕੱਠੇ ਕਰਨਾ, ਵੱਧ ਪਾਤਰਾਂ ਨੂੰ ਇਕੱਠੇ ਕਰਨਾ, ਉਹਦੀਆਂ ਪ੍ਰੈਕਟਿਸਾਂ ਕਰਨਾ, ਉਹਦਾ ਅਭਿਆਸ ਕਰਨਾ, ਇਹਦਾ ਵਕਤ ਨਹੀਂ ਹੁੰਦਾ ਹੈਗਾ, ਇਹਦੀ ਸਪੇਸ ਨਹੀਂ ਹੁੰਦੀ। ਇਸ ਕਰਕੇ ਪੰਜਾਬ ਦੀ ਧਰਤੀ 'ਤੇ ਜਿਹੜਾ ਮੁੱਢਲਾ ਨਾਟਕ ਸੀ ਉਸ ਰੂਪ ਦੇ ਵਿੱਚ ਪੈਦਾ ਨਹੀਂ ਹੋ ਸਕਿਆ ਹੈਗਾ। ਸਾਡੇ ਕੋਲ ਸੰਸਕ੍ਰਿਤ ਦੇ ਵਿੱਚ ਕਾਲੀਦਾਸ ਵਰਗੇ ਨਾਟਕਕਾਰਾਂ ਦੀ ਇੱਕ ਲੰਮੀ ਪਰੰਪਰਾ ਹੈ, ਪਰ ਉਸ ਦੌਰ ਦੇ ਵਿੱਚ ਪੰਜਾਬੀ ਦੇ ਵਿੱਚ ਉਸ ਤਰ੍ਹਾਂ ਨਾਟਕ ਵਿਕਸਿਤ ਨਹੀਂ ਹੋ ਸਕਿਆ ਹੈਗਾ। ਇਹਦਾ ਇਹ ਇੱਕ ਕਾਰਨ ਸੀ ਕਿ ਪੰਜਾਬ ਜੰਗਾਂ ਯੁੱਧਾਂ ਦਾ ਅਖਾੜਾ ਰਿਹਾ। ਉਸ ਤੋਂ ਬਾਅਦ ਫਿਰ ਨਾਟਕ ਜਿਉਂਦਾ ਕਿਵੇਂ ਰਿਹਾ? ਲਗਭਗ 1000 ਸਾਲ ਪੰਜਾਬ ਦੇ ਵਿੱਚ ਨਾਟਕ ਨੂੰ ਜਿਉਂਦਾ ਰੱਖਣ ਦਾ ਸਿਹਰਾ ਪੰਜਾਬ ਦੀ ਲੋਕਧਾਰਾ ਦੇ ਸਿਰ 'ਤੇ ਜਾਂਦਾ ਅਤੇ ਅਸੀਂ ਲੋਕਧਾਰਾ ਦੇ ਵਾਰਸ ਹਾਂ, ਅਸੀਂ ਇਹ ਮਾਣ ਕਰ ਸਕਦੇ ਹਾਂ। ਲੋਕਧਾਰਾ ਦੇ ਵਿੱਚ ਨਾਟਕ ਭਾਵੇਂ ਉਵੇਂ ਸਟੇਜਾਂ ਦੇ ਰੂਪ ਦੇ ਵਿੱਚ ਨਾਟਕ ਨਹੀਂ ਹੋਇਆ, ਪਰ ਸਾਡੇ ਸੁਭਾਅ ਦੇ ਵਿੱਚ ਨਾਟਕੀ ਤੱਤ ਬਹੁਤ ਹੈ ਅਤੇ ਉਹ ਸਾਰੇ ਸਾਡੇ ਸੁਭਾਅ ਦਾ ਜਿਹੜਾ ਨਾਟਕੀ ਤੱਤ ਹੈ ਸਾਡੀਆਂ ਲੋਕ ਫੋਰਮਸ ਦੇ ਵਿੱਚ ਉਵੇਂ ਜਿਵੇਂ ਆਇਆ। ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ 3 ਪਰੰਪਰਾਵਾਂ ਦੀ ਗੱਲ ਕਰੂੰਗਾ। ਅੱਜ ਆਪਾਂ ਲੋਕਧਾਰਾ ਦੇ ਨਾਟਕ ਦੀ ਗੱਲ ਕਰਾਂਗੇ। ਕਦੇ ਫਿਰ ਮੌਕਾ ਮਿਲਿਆ ਤਾਂ ਜਿਹੜਾ ਸਾਡਾ ਰਵਾਇਤੀ ਨਾਟਕ ਹੈ, ਜਿਹੜਾ ਹੁਣ ਦਾ ਨਾਟਕ ਹੈ, ਜਿਹੜਾ ਲਿਖਤੀ ਨਾਟਕ ਹੈ, ਉਹਦੀ ਗੱਲ ਆਪਾਂ ਕਰਾਂਗੇ। ਅਸੀਂ ਲੋਕਧਾਰਾ ਦੇ ਹਵਾਲੇ ਨਾਲ ਹੀ ਗੱਲ ਕਰਾਂਗੇ ਕਿਉਂਕਿ ਲੋਕਧਾਰਾ ਦਾ ਗਰੁੱਪ ਹੈ, ਇਸ ਕਰਕੇ ਸਾਨੂੰ ਬਹੁਤ ਗੱਲਾਂ ਸਮਝਣੀਆਂ ਚਾਹੀਦੀਆਂ ਨੇ। 3 ਪਰੰਪਰਾਵਾਂ ਨੇ। ਵੈਸੇ ਤਾਂ ਇਹਨਾਂ ਦਾ ਇੱਕ ਸਾਂਝਾ ਨਾਂ ਹੈ ਜਿਹਨੂੰ ਕਿਹਾ ਜਾਂਦਾ ਕਥਾ ਵਾਚਨ ਗਾਇਨ ਪਰੰਪਰਾ, ਜਿਹਦੇ ਵਿੱਚ ਕਥਾ ਹੁੰਦੀ ਹੈ, ਕਥਾ ਨੂੰ ਵਾਚਿਆ ਜਾਂਦਾ ਹੈ, ਗਾਇਆ ਜਾਂਦਾ ਹੈ। ਅਤੇ ਉਹ ਪੰਜਾਬ ਦੀ ਧਰਤੀ 'ਤੇ 3 ਰੂਪਾਂ ਦੇ ਵਿੱਚ ਵਿਕਸਿਤ ਹੁੰਦੀ ਹੈ। ਇੱਕ ਹੈਗੀ ਹੈ ਸਾਡੀ ਢੱਡ ਸਰੰਗੀ ਪਰੰਪਰਾ, ਇੱਕ ਹੈਗੀ ਹੈ ਤੂੰ ਬਾਲਗੋਜ਼ਾ ਪਰੰਪਰਾ ਅਤੇ ਤੀਜੀ ਹੈਗੀ ਹੈ ਕਵੀਸ਼ਰੀ ਪਰੰਪਰਾ। ਅਤੇ ਤਿੰਨਾਂ ਬਾਰੇ ਕਿਹਾ ਜਾਂਦਾ ਕਿ ਸਾਜੋਂ ਬਿਨਾ ਕਵੀਸ਼ਰ ਗੱਜਦੇ ਓਏ ਕਿਧਰੇ ਤੂੰਬੇ ਟੁਣ ਟੁਣ ਵੱਜਦੇ ਕਈ ਸੁਰ ਲਾਉਣ ਸਰੰਗੀ 'ਤੇ 5 ਪਿਸਤੌਲਾਂ ਵਾਲੇ ਕਰਦੇ ਫੈਰ ਫਰੰਗੀ 'ਤੇ। ਇਹ ਇੱਕ ਪਰੰਪਰਾ ਸੀ ਸਾਡੀ ਜਿਹਦੇ ਵਿੱਚ ਕਵੀਸ਼ਰੀ ਵੀ ਆਉਂਦੀ ਹੈ, ਜਿਹਦੇ ਵਿੱਚ ਢੰਡ ਸਰੰਗੀ ਦੀ ਵੀ ਆਉਂਦੀ ਹੈ, ਜਿਹਦੇ ਵਿੱਚ ਤੂੰ ਬਾਲਗੋਜ਼ਾ ਪਰੰਪਰਾ ਵੀ ਆਉਂਦੀ ਹੈ। ਅਸੀਂ ਇਸ ਨੂੰ ਬੇਸ਼ੱਕ ਸੰਗੀਤ ਦੀ ਟ੍ਰੈਡੀਸ਼ਨ ਦੇ ਤੌਰ 'ਤੇ ਮੰਨਦੇ ਹਾਂ, ਪਰ ਜਦੋਂ ਅਸੀਂ ਨਾਟਕ ਦੇ ਤੌਰ 'ਤੇ ਸਟੱਡੀ ਕਰਦੇ ਹਾਂ ਇਹ ਤਿੰਨੇ ਪਰੰਪਰਾਵਾਂ ਇੱਕ ਸਟੇਜ 'ਤੇ ਜਿਉਂਦਾ ਜਾਗਦਾ ਨਾਟਕ ਹੁੰਦੀਆਂ ਸੀਆਂ।
ਜਿਵੇਂ ਪਹਿਲਾਂ ਮੈਂ ਢੱਡ ਸਰੰਗੀ ਦੀ ਗੱਲ ਕਰਾਂ ਤਾਂ ਢੱਡ ਸਰੰਗੀ ਦੇ ਵਿੱਚ ਵਿਖਿਆਨ ਹੁੰਦਾ ਹੈ, ਕਾਵ ਹੁੰਦਾ ਹੈ, ਗਾਇਨ ਹੁੰਦਾ ਹੈ ਅਤੇ ਸੰਗੀਤ ਹੁੰਦਾ ਹੈ। ਅਤੇ ਦੁਨੀਆ ਦਾ ਜਿੰਨਾ ਵੀ ਪੁਰਾਣਾ ਨਾਟਕ ਹੈ, ਚਾਹੇ ਉਹ ਯੂਨਾਨ ਦਾ ਨਾਟਕ ਹੈ, ਯੂਰਪੀਡੀਸ, ਐਸਕਲੀਸ, ਸੋਫੋਕਲੀਸ ਦੀ ਤਿੱਕੜੀ ਤੋਂ ਆਪਾਂ ਸ਼ੁਰੂ ਕਰ ਲਈਏ, ਯੂਨਾਨ ਦਾ ਨਾਟਕ ਜਿੱਥੋਂ ਸ਼ੁਰੂ ਹੁੰਦਾ ਹੈ, ਅਤੇ ਚਾਹੇ ਉਹ ਹਿੰਦੁਸਤਾਨ ਦਾ ਨਾਟਕ ਹੈ, ਉਹ ਸ਼ੁਰੂ ਤੋਂ ਸਾਡਾ ਨਾਟਕ ਗਾਇਨ ਦੇ ਰੂਪ ਦੇ ਵਿੱਚ ਹੀ ਹੈ। ਉਹਦੇ ਵਿੱਚ ਗਾਇਨ ਹੈ, ਸੰਗੀਤ ਹੈ, ਵਿਖਿਆਨ ਹੈ, ਵਾਚਨ ਹੈ। ਬਸ ਫਰਕ ਇੰਨਾ ਕਿ ਉਹਦੇ ਵਿੱਚ ਅਲੱਗ ਅਲੱਗ ਐਕਟਰ ਆਉਂਦੇ ਨੇ ਕਿ ਉਹ ਬੋਲਦੇ ਨੇ ਤਾਂ ਉਹ ਪੂਰਾ ਸੂਰਾ ਨਾਟਕ ਬਣ ਜਾਂਦਾ ਹੈ। ਸੋ ਇਹ ਜਿਹੜੇ ਤਿੰਨ ਪਰੰਪਰਾਵਾਂ ਨੇ ਇਹ ਨਾਟਕ ਦੇ ਰੂਪ ਦੇ ਵਿੱਚ ਵਿਕਸਿਤ ਹੁੰਦੀਆਂ ਨੇ। ਜਿਵੇਂ ਸਾਰੀ ਢੱਡ ਸਰੰਗੀ ਪਰੰਪਰਾ ਦੇ ਵਿੱਚ ਕਿੱਡਾ ਖੂਬਸੂਰਤ ਨਾਟਕ ਹੈ ਜਦੋਂ ਮੁਖੜਾ ਸ਼ੁਰੂ ਕੀਤਾ ਜਾਂਦਾ ਹੈ। ਹੱਸ ਲੈ ਬਿਨਾ ਕੱਚ ਦਿਆ, ਇਹ ਕੀਤਾ ਜਾਂਦਾ। ਇਸ ਤੋਂ ਪਹਿਲਾਂ ਜਿਹੜਾ ਵਿਖਿਆਨ ਕੀਤਾ ਜਾਂਦਾ ਹੈ ਉਹ ਨਾ ਸਟੇਜ 'ਤੇ ਐਕਟਿੰਗ ਕਰਦਾ ਹੁੰਦਾ, ਭਾਵੇਂ ਇੱਕ ਬੰਦਾ ਹੁੰਦਾ ਮੂਹਰੇ ਕਰਨ ਵਾਲਾ, ਉਹ ਇੱਕ ਪਾਤਰੀ ਨਾਟਕ ਹੈ ਸਾਡਾ। ਉਹ ਜਦੋਂ ਕਿਹਾ ਜਾਂਦਾ ਕਿ ਆਸ਼ਕਾਂ ਦੀ ਰਾਣੀ ਹੀਰ ਜੱਟੀ ਅਤੇ ਲੋਹੜਿਆਂ ਮਾਰੀ ਸਹਿਤੀ ਰਾਂਝੇ ਪੰਛੀ ਨਾਲ ਸਵਾਲ ਜਵਾਬ ਕਰ ਰਹੀ ਹੈ, ਮਲਕੀਤ ਸਿੰਘ ਪੰਛੀ ਤਲਵੰਡੀ ਮੱਲੀਆਂ ਵਾਲੇ ਹੇ ਕਿਉਂ ਦੱਸਦੇ ਹੈ, ਤਾਂ ਇਹ ਇੱਕ ਜਨਰੇਟ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਮੁਖੜਾ ਆ ਜਾਂਦਾ, ਮੁਖੜੇ ਤੋਂ ਬਾਅਦ ਫਿਰ ਮੁਖੜਾ ਤੇ ਫਿਰ ਜਦੋਂ ਅਖੀਰਲੀਆਂ ਲੈਣਾ ਕਹਿੰਦੇ ਨੇ ਹਾਂ ਜੀ ਹਾਂ ਵਾਰਾਂ ਤੁਰੀਆਂ ਜਾਂ। ਇਸੇ ਤਰ੍ਹਾਂ ਸਾਡੀ ਤੂੰਬਾ ਲਗੋਜ਼ਾ ਪਰੰਪਰਾ ਦੇ ਵਿੱਚ ਉਹਦੇ ਵਿੱਚ ਵੀ ਇਸੇ ਤਰੀਕੇ ਨਾਲ ਪਹਿਲਾਂ ਵਿਖਿਆਨ ਕਰਕੇ ਜਦੋਂ ਛੱਡਿਆ ਜਾਂਦਾ ਹੈ ਕਿ ਕਰਕੇ ਜ਼ੋਰ ਧੰਗਾਣਾ ਹੀਰ ਖੇੜਿਆਂ ਦੀ ਡੋਲੀ ਪਾ ਦਰਵੇਸ਼ ਆਣ ਕੇ ਹੀਰ ਨੂੰ ਤਾਨੇ ਮਾਰਿਆ, ਭੈਣ ਭਾਈ ਛੱਡੇ ਵਤਨ ਛੱਡਿਆ, ਤਖਤ ਹਜ਼ਾਰਾ ਛੱਡਿਆ, ਜਾਤ ਪਾਤ ਨੂੰ ਦਾਗ ਪਰਦੇਸੀ ਨੂੰ ਕਿਹੜੇ ਕਿਹੜੇ ਖਾਰੇ ਖੂਬ ਛਾਲ ਮਾਰੇ, ਦੱਸੀ ਖਾਂ ਨਬਿਆਰਾ ਘੁਮਿਆਰਾ ਨੈਬ ਕੋਟੀਆ ਤੂੰ ਵੀ ਕੀ ਕਹਿੰਦੀ ਹੈ। ਸੋ ਇੱਥੋਂ ਸ਼ੁਰੂ ਹੁੰਦਾ ਹੈ ਜਿਹੜਾ ਸਾਡਾ ਤੂੰਬਾ ਲਗੋਜ਼ਾ ਪਰੰਪਰਾ ਹੈ। ਇਸੇ ਲੜੀ ਦੇ ਵਿੱਚ ਫਿਰ ਕਵੀਸ਼ਰੀ ਦੀ ਪਰੰਪਰਾ ਜਿਹੜੀ ਬਿਨਾਂ ਸਾਜ਼ਾਂ ਤੋਂ ਪਰੰਪਰਾ, ਜਿਹਦੇ ਵਿੱਚ ਇਸੇ ਤਰ੍ਹਾਂ ਲੰਬੇ ਜਿਹੜੇ ਬਹੁਤ ਸਾਰੇ ਛੰਦਾਂ ਦੇ ਵਿੱਚ ਗਾਉਣ ਚੱਲਦੇ ਨੇ। ਤੁਸੀਂ ਮਹਿਸੂਸ ਕੀਤਾ ਹੋਣਾ ਕਿ ਜਿਹੜੇ ਕਿੱਸੇ ਨੇ ਉਹ ਇੱਕ ਛੰਦ ਦੇ ਵਿੱਚ ਗਾਏ ਜਾਂਦੇ ਸੀ। ਵਾਰਿਸ ਸ਼ਾਹ ਦਾ ਛੰਦ ਦੇ ਵਿੱਚ ਹੈ, ਹਾਸ਼ਮ ਦੀ ਸੱਸੀ ਦਵਈਆ ਛੰਦ ਦੇ ਵਿੱਚ ਹੈ, ਪਰ ਸਾਡੀ ਕਵੀਸ਼ਰੀ ਪਰੰਪਰਾ ਇੰਨੀ ਜ਼ਿਆਦਾ ਨਾਟਕੀ ਹੈ ਕਿ ਇਹਦੇ ਵਿੱਚ 2 ਜਾਂ 3 ਘੰਟਿਆਂ ਦੇ ਅਖਾੜੇ ਦੇ ਵਿੱਚ 20-20, 30-30, 40-40, 50-50 ਬੋਲ ਦਿੱਤੇ ਜਾਂਦੇ ਸੀ। ਇਹਦਾ ਮਤਲਬ ਉਹ ਇੱਕ ਕਿਸਮ ਦਾ ਨਾਟਕੀ ਹੈ ਸਾਰਾ। ਜਦੋਂ ਉਹ ਗਾਉਂਦੇ ਨੇ ਨਾ ਛੰਦਾਬੰਦੀ ਦੇ ਵਿੱਚ, ਲੱਖ ਲੱਖ ਕਰਨ ਕਵੀਸ਼ਰ ਰੋਕਾਂ ਲੋ ਹੁਣ ਮਨੋਰ ਸੁਣਾਉਂਦੇ ਲੋਕਾਂ, ਗੱਡੀ ਤਰਜ ਕਵਾਲੀ ਝੋਕਾਂ ਰੌਣਕ ਲਾਉਣੀ ਕਵੀਆਂ ਨੇ, ਲੈਕ ਸਰੋਤੇ ਮੋਹਣੇ ਤਰਜਾਂ ਨਵੀਆਂ ਨਵੀਆਂ ਨੇ, ਮੂੰਹ ਚੋਂ ਲੜੀ ਫੁੱਲਾਂ। ਇਸ ਤਰ੍ਹਾਂ ਸਾਡੀ ਜਿਹੜੀ ਹੈਗੀ ਹੈ ਇਹ ਕਵੀਸ਼ਰੀ ਪਰੰਪਰਾ ਚੱਲਦੀ ਹੈ। ਅਤੇ ਇਸ ਤੋਂ ਬਾਅਦ ਇਹ 3 ਪਰੰਪਰਾਵਾਂ ਤੋਂ ਬਾਅਦ ਜਦੋਂ ਆਪਾਂ ਅੱਗੇ ਵੱਲ ਆਉਂਦੇ ਹਾਂ ਤਾਂ ਉਸ ਤੋਂ ਬਾਅਦ ਸਾਡੇ ਲੋਕ ਗੀਤ ਨੇ, ਜਿਹੜੇ ਬਣੇ ਬਣਾਏ ਨਾਟਕ ਨੇ, ਬਣੇ ਬਣਾਏ ਉਪੇਰੇ ਨੇ। ਉਹਨਾਂ ਲੋਕ ਗੀਤਾਂ ਦੇ ਵਿੱਚ ਜਵਾਬ ਵਾਲੀਆਂ ਬੋਲੀਆਂ ਨੇ, ਕੁੜੀ ਮੁੰਡੇ ਦਾ ਜਵਾਬ। ਇਸ ਤਰ੍ਹਾਂ ਹੀ ਸਾਡੇ ਲੰਮੇ ਗੀਤ ਨੇ ਕਿ ਖੂਹ ਤੋਂ ਪਾਣੀ ਭਰਿੰਦੀ ਏ ਮੁਟਿਆਰੇ ਨੀ, ਘੁੱਟਕ ਪਾਣੀ ਪਿਆ ਬਾਂਕੀਏ ਨਾਰੇ ਨੀ, ਆਪਣਾ ਕੱਢਿਆ ਨਾ ਦਿਆਂ ਛਪਾਈਆ ਵੇ, ਆਪੇ ਕੱਢ ਕੇ ਪੀ ਤੂੰ ਭੁੱਲਿਆ ਰਹੀਆ ਵੇ। ਇਹ ਜਿਹੜੀ ਪਰੰਪਰਾ ਹੈਗੀ ਹੈ ਸਾਡੀ ਬੋਲੀਆਂ ਦੀ ਅਤੇ ਸਾਡੇ ਗੀਤਾਂ ਦੀ, ਇਸ ਪਰੰਪਰਾ ਦੇ ਵਿੱਚ ਬਹੁਤ ਕੁਝ ਨਾਟਕੀ ਹੈ। ਹਾਂਜੀ ਦੋਸਤੋ, ਥੋੜ੍ਹੀ ਜਿਹੀ ਆਵਾਜ਼ ਦੀ ਪ੍ਰੋਬਲਮ ਹੈਗੀ ਹੈ, ਮੈਂ ਜਗ੍ਹਾ ਥੋੜ੍ਹੀ ਜਿਹੀ ਬਦਲ ਰਿਹਾ, ਸ਼ਾਇਦ ਮੇਰੇ ਕਰਕੇ ਹੋਵੇ। 1 ਮਿੰਟ। ਹੁਣ ਸ਼ਾਇਦ ਠੀਕ ਹੋਊਗੀ। ਹਾਂਜੀ,
ਆਪਾਂ ਗੱਲ ਕਰ ਰਹੇ ਸੀ ਬੋਲੀਆਂ ਦੀ ਕਿ ਬੋਲੀ ਹੈ ਕੁੜੀ ਤੇ ਮੁੰਡੇ ਦੀ ਕਿ ਮੇਰੀ ਵੀਣੀ ਕਮਜ਼ੋਰ ਆ ਨਾ ਜਾਵੇ ਮਚਕੋੜ ਜਰ ਆਈ ਮੁੰਡਿਆ ਘੜਾ ਚੁੱਕਿਆ ਨਾ ਜਾਵੇ ਵਿੱਚ ਚੁਕਾਈ ਮੁੰਡਿਆ। ਤੇ ਦੂਜੇ ਪਾਸੇ ਫਿਰ ਮੁੰਡੇ ਦਾ ਜਵਾਬ ਹੈ ਤੇਰੀ ਚੜ੍ਹਦੀ ਜਵਾਨੀ ਹੋ ਨਾ ਜਾਵੇ ਛੇੜਖਾਨੀ ਫਿਰ ਆਖੇਂਗੀ ਜੱਟਾਂ ਦਾ ਪੁੱਤ ਮਾੜਾ ਗੋਰੀਏ ਆਪੇ ਚੁੱਕ ਲੈ ਤੂੰ ਮਾਰ ਕੇ ਹੁਲਾਰਾ ਗੋਰੀਏ। ਹੁਣ ਇਹ ਕੀ ਹੈ? ਇਹ ਇੱਕ ਕਿਸਮ ਦਾ ਓਪੇਰਾ ਹੈ, ਇਹ ਇੱਕ ਕਿਸਮ ਦਾ ਨਾਟਕ ਹੈ ਜਿਹੜਾ ਦੋ ਪਾਤਰਾਂ ਦੇ ਵਿੱਚ ਖੇਡਿਆ ਜਾ ਰਿਹਾ ਹੈ। ਜਾਂ ਫਿਰ ਮੈਂ ਤੁਹਾਨੂੰ ਕਿਹਾ ਸੀ ਕਿ ਖੂਹ ਤੋਂ ਪਾਣੀ ਭਰਿੰਦੀ ਹੈ ਮੁਟਿਆਰੇ, ਤੇ ਇਹੋ ਜਿਹੇ ਹੋਰ ਕਿੰਨੇ ਹੀ ਸਾਡੇ ਗੀਤ ਨੇ, ਲੰਮੇ ਗੀਤ ਨੇ। ਧਰਤੀ ਤੇ ਅੰਬਰ ਦਾ ਪੈ ਗਿਆ ਝਗੜਾ ਕੌਣ ਜਿੱਤੇ ਕੌਣ ਹਾਰੇ ਵੀ। ਹੁਣ ਧਰਤੀ ਤੇ ਅੰਬਰ ਦਾ ਸੰਵਾਦ ਹੈ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਨਾਟਕ ਹੈ। ਇਸ ਤੋਂ ਬਾਅਦ ਅੱਗੇ ਤੁਰੀਏ ਤਾਂ ਜਿੰਨੇ ਸਾਡੇ ਖੇਡ ਗੀਤ ਨੇ ਪੰਜਾਬ ਦੇ ਵਿੱਚ, ਜਦੋਂ ਖੇਡਾਂ ਖੇਡੀਆਂ ਜਾਂਦੀਆਂ ਸੀਆਂ ਤਾਂ ਉਹ ਜਿਹੜੇ ਖੇਡ ਗੀਤ ਨੇ ਉਹ ਵੀ ਸਾਰੇ ਛੋਟੇ ਛੋਟੇ ਨਾਟਕ ਨੇ। ਕੁੜੀਆਂ ਜਦੋਂ ਇੱਕ ਦੂਜੇ ਦੇ ਹੱਥਾਂ 'ਚ ਹੱਥਾਂ ਪਾ ਕਰਿੰਗੜੀ ਪਾ ਕੇ ਕਿੱਕਲੀ ਪਾਉਂਦੀਆਂ ਨੇ, ਕਿੱਕਲੀ ਕਲੀਰ ਦੀ ਪੱਗ ਮੇਰੇ ਵੀਰ ਦੀ ਦੁਪੱਟਾ ਮੇਰੇ ਭਾਈ ਦਾ ਫਿੱਟੇ ਮੂੰਹ ਜਵਾਈ ਦਾ, ਗਈ ਸੀ ਮੈਂ ਗੰਗਾ ਚੜ੍ਹਾ ਲਈ ਬੰਗਾ ਅਸਮਾਨੀ ਮੇਰਾ ਘੱਗਰਾ ਮੈਂ ਕਿਹੜੀ ਕਿੱਲੀ ਟੰਗਾ। ਇਹ ਆਪਣੇ ਆਪ ਦੇ ਵਿੱਚ ਇੱਕ ਛੋਟਾ ਜਿਹਾ ਨਾਟਕ ਹੈ। ਹੋਰ ਅੱਗੇ ਤੁਰੀਏ, ਗਿੱਧੇ ਵੱਲ ਆਉਣੇ ਆ। ਦੋ ਤਰ੍ਹਾਂ ਦੇ ਗਿੱਧੇ ਨੇ ਪੰਜਾਬ ਦੇ ਵਿੱਚ। ਜਿਹੜਾ ਪਹਿਲਾ ਗਿੱਧਾ ਹੈ ਉਹ ਔਰਤਾਂ ਦਾ ਗਿੱਧਾ ਹੈ, ਦੂਜਾ ਗਿੱਧਾ ਮਲਵਈ ਗਿੱਧਾ ਹੈ, ਅਤੇ ਤੀਜਾ ਇਹਦੇ ਨਾਲ ਰੂਪ ਹੈਗਾ ਭੰਗੜਾ, ਅਤੇ ਇਸ ਤੋਂ ਬਾਅਦ ਝੂਮਰ, ਸੰਮੀ ਅਤੇ ਹੋਰ ਬਹੁਤ ਸਾਰੇ ਲੋਕ ਨਾਚ ਨੇ। ਹੁਣ ਜਿਹੜੇ ਦੋਨੇ ਗਿੱਧੇ ਨੇ ਇਹ ਆਪਣੇ ਆਪ ਦੇ ਵਿੱਚ ਸਾਡੀ ਲੋਕ ਨਾਟਕ ਦੀਆਂ ਫਾਰਮਸ ਨੇ। ਜਦੋਂ ਗਿੱਧਾ ਸ਼ੁਰੂ ਹੁੰਦਾ ਹੈ ਨਾਲ ਮਿਊਜ਼ਿਕ ਹੈ, ਸੰਗੀਤ ਹੈ, ਤਾੜੀਆਂ ਦੀ ਤਾਲ ਹੈ ਨਾਲ, ਜਾਂ ਢੋਲਕੀ ਦੀ ਵਰਤੋਂ ਕਰ ਲਈ ਜਾਂਦੀ ਹੈ, ਅਤੇ ਦੋ ਦੋ ਐਕਟਰ ਆਉਂਦੇ ਨੇ ਰੰਗਮੰਚ ਦੇ ਉੱਤੇ। ਜਿਹੜਾ ਗੋਲ ਆਪਾਂ ਸਟੇਜ ਬਣਾਈ ਹੁੰਦੀ ਹੈ। ਪੰਜਾਬ ਦਾ ਸਾਰਾ ਜਾਂ ਦੁਨੀਆ ਦਾ ਸਾਰਾ ਜਿਹੜਾ ਲੋਕ ਨਾਟਕ ਹੈ ਉਹ ਉਹਨੂੰ ਕਹਿੰਦੇ ਨੇ ਘੱਗਰੀ ਪਿੜ, ਘੱਗਰੀ ਰੰਗਮੰਚ ਕਿਹਾ ਜਾਂਦਾ ਹੈ। ਘੱਗਰੀ ਦੀ ਤਰ੍ਹਾਂ ਗੋਲ ਫੈਲਿਆ ਹੋਇਆ, ਆਲੇ ਦੁਆਲੇ ਦਰਸ਼ਕ ਖੜ੍ਹੇ ਨੇ। ਹੁਣ ਗਿੱਧੇ ਦਾ ਪਿੜ ਸਾਡੇ ਲੋਕ ਨਾਟਕ ਦਾ ਘੱਗਰੀ ਪਿੜ ਹੈ। ਉਹਦੇ ਵਿੱਚ ਇਸ ਤਰ੍ਹਾਂ ਦੋ ਦੋ ਐਕਟਰ ਆਉਂਦੇ ਨੇ, ਕਈ ਵਾਰੀ ਦੋ ਦੀ ਜਦੋਂ ਤਮਾਸ਼ਾ ਆ ਜਾਂਦਾ ਵਿੱਚ ਤਾਂ 3 ਜਾਂ 4 ਐਕਟਰ ਵੀ ਆ ਜਾਂਦੇ ਨੇ। ਅਤੇ ਇਸ ਤਰ੍ਹਾਂ ਜਦੋਂ ਗਿੱਧਾ ਪੈਂਦਾ ਉਹ ਸਾਡੇ ਸਾਹਮਣੇ ਇੱਕ ਨਾਟਕ ਦੀ ਫਾਰਮ ਦੇ ਰੂਪ ਦੇ ਵਿੱਚ ਹੀ ਡਿਵੈਲਪ ਹੁੰਦਾ ਹੈ। ਖਾਸ ਤੌਰ 'ਤੇ ਗਿੱਧੇ ਦਾ ਜਿਹੜਾ ਤਮਾਸ਼ਿਆਂ ਵਾਲਾ ਸੈਕਸ਼ਨ ਹੈ, ਜਦੋਂ ਕੋਈ ਔਰਤ ਸਿਰ 'ਤੇ ਚੁੰਨੀ ਲਪੇਟ ਕੇ ਮਰਦ ਬਣ ਜਾਂਦੀ ਹੈ, ਬਣਜਾਰਾ ਬਣ ਜਾਂਦੀ ਹੈ, ਸਾਂਗ ਕਰਦੀ ਹੈ, ਤਮਾਸ਼ਾ ਕਰਦੀ ਹੈ। ਇਹੋ ਜਿਹੀਆਂ ਕਿੰਨੀਆਂ ਹੀ ਸਾਡੇ ਕੋਲੇ ਸਾਂਗ ਦੀਆਂ ਬੋਲੀਆਂ ਨੇ। ਬੇ ਗੁਰਦਿੱਤੇ ਦੇ ਭਾਈਆ, ਹਾਂਜੀ ਵੇ ਮੇਰੇ ਪੀੜ ਕਲੇਜੇ, ਹਾਂਜੀ ਵੇ ਮੈਂ ਮਰਦੀ ਜਾਵਾਂ, ਹਾਂਜੀ ਵੇ ਦੋ ਖੱਟੇ ਮੰਗਾ ਦੇ, ਹਾਂਜੀ ਵੇ ਦੋ ਮਿੱਠੇ ਮੰਗਾ ਦੇ, ਹਾਂਜੀ ਰਸੀਆ ਨਿੰਬੂ ਲਿਆ ਦੇ ਵੇ ਮੇਰੀ ਉੱਠੇ ਕਲੇਜੇ ਪੀੜ। ਇੱਕ ਛੋਟਾ ਜਿਹਾ ਨਾਟਕ ਹੈ ਜੋ ਗਿੱਧੇ ਦੇ ਦੌਰਾਨ ਵਾਪਰਦਾ ਹੈ। ਉਸ ਤੋਂ ਬਾਅਦ ਮਲਵਈ ਗਿੱਧਾ। ਹੁਣ ਮਲਵਈ ਗਿੱਧਾ ਜਿਹਦੇ ਵਿੱਚ ਆਲੇ ਦੁਆਲੇ ਐਕਟਰ ਖੜ੍ਹੇ ਹੁੰਦੇ ਨੇ ਅਤੇ 2 ਜਾਂ 3 ਜਾਂ 4 ਐਕਟਰ ਮੈਦਾਨ 'ਚ ਆ ਜਾਂਦੇ ਨੇ, ਨਾਲ ਉਹ ਸਾਜ਼ ਵਜਾ ਰਹੇ ਨੇ, ਅਤੇ ਨਾਲ ਉਹ ਬੋਲੀਆਂ ਪਾ ਰਹੇ ਨੇ, ਅਤੇ ਨਾਲ ਉਹ ਐਕਟਿੰਗ ਕਰ ਰਹੇ ਨੇ। ਇਹ ਵੀ ਸਾਡਾ ਲੋਕ ਨਾਟਕ ਹੈ। ਜਦੋਂ ਇਹ ਕਿਹਾ ਜਾਂਦਾ ਕਿ ਢਾਈਆਂ ਢਾਈਆਂ ਹੋ ਢਾਈਆਂ 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 ਖੜ ਜਾ ਖਾਲਸਿਆ ਮੇਰੇ ਯਾਦ ਬੋਲੀਆਂ ਆਈਆਂ, ਹੋ ਖੜ ਜਾ ਖਾਲਸਿਆ ਮੇਰੇ ਯਾਦ ਬੋਲੀਆਂ ਆਈਆਂ, ਉੱਥੋਂ ਆਉਂਦੇ ਨੂੰ ਮੈਨੂੰ ਨਾਲ ਸੜਕ ਦੇ ਥਿਆਈਆਂ, ਹੋ ਸਾਰੇ ਮੁੰਡਿਆਂ ਨੂੰ ਮੈਂ 2-2 ਕਰ ਵਰਤਾਈਆਂ, ਤੈਨੂੰ ਖਾਲਸਿਆ ਅਜੇ ਉਹ ਨਹੀਂ ਭਾਈ ਸੁਣਾਈਆਂ, ਹੋ ਤੈਨੂੰ ਖਾਲਸਿਆ ਅਜੇ ਉਹ ਨਹੀਂ ਭਾਈ ਸੁਣਾਈਆਂ, ਦੇ ਮੁੰਡਿਆ ਤੂੰ ਛੱਡ ਦੇ ਬੋਲੀ ਕਾਨੂੰ ਗੱਲਾਂ ਵਧਾਈਆਂ, ਖੂੰਜੇ 'ਚ ਵੜ ਜੇਗਾ 4 ਬੋਲੀਆਂ ਪਾਈਆਂ, ਖੂੰਜੇ 'ਚ ਵੜ ਜੇਗਾ। ਇਹ ਤੋਂ ਬਾਅਦ ਤੇਜ਼ ਹੁੰਦੀ ਹੈ ਬੋਲੀ। ਪੂਰੇ ਦਾ ਪੂਰਾ ਨਾਟਕ ਚੱਲਦਾ ਹੈ। ਇੱਕ ਨਾਟਕ ਇਹਦੀ ਬੋਲੀ ਹੋਰ ਹੈ ਬਹੁਤ ਖੂਬਸੂਰਤ ਕਿ ਸਿਆਸਤ ਸਿਆਸਤ ਕੀ ਲਾਈ ਹੈ ਮੁੰਡਿਆ ਬੜੀ ਸਿਆਸਤ ਗੰਦੀ, ਬਈ ਸਿਆਸਤਦਾਨਾਂ ਨੇ ਦੇਸ਼ ਰਗੜਤਾ ਖਲਕਤ ਸੂਲੀ ਟੰਗੀ, ਚੰਡੀਗੜ੍ਹ ਤੇ ਗੱਡ ਲਈ ਐਵੇਂ ਹਰਿਆਣੇ ਨੇ ਝੰਡੀ, ਵੀ ਅੰਗਰੇਜ਼ੀ ਪਿੱਛੇ ਲੱਗੇ ਪੰਜਾਬੀ ਮਾਂ ਨੂੰ ਕਰਤਾ ਰੰਡੀ, ਉਹ ਮਾਨਸਾ ਵਾਲਿਆਂ ਨੂੰ ਪੁਲ ਨਹੀਂ ਜੁੜਦਾ ਬੋਹਾ ਵਾਲਿਆਂ ਨੂੰ ਮੰਡੀ, ਖੋਹ ਕੇ ਲੈ ਜਾਓਏ ਹੀਰ ਨਹੀਂ ਮਿਲਦੀ ਮੰਗੀ, ਖੋਹ ਕੇ ਲੈ ਜਾਓਏ। ਸੋ ਇਹ ਸਿੱਧੇ ਛੋਟੇ ਛੋਟੇ ਨਾਟਕ ਨੇ, ਸਾਡੇ ਲੋਕ ਨਾਟ ਰੂਪ ਨੇ। ਇਸ ਤੋਂ ਬਾਅਦ ਮੈਂ ਹੋਰ ਅੱਗੇ ਤੁਰਦਾ ਲੋਕ ਨਾਟਕ ਦੇ ਖੇਤਰ ਦੇ ਵਿੱਚ। ਦੁਆਬੇ ਦੀ ਧਰਤੀ ਦੇ ਉੱਤੇ ਜਾਂ ਮਾਲਵੇ ਦੇ ਵਿੱਚ ਵੀ ਇੱਕ ਪਰੰਪਰਾ ਰਹੀ ਹੈ ਸਾਲ ਦੀ ਪਰੰਪਰਾ। ਇਸ ਸਾਲ 2 ਮੌਕਿਆਂ 'ਤੇ ਖੇਡਿਆ ਜਾਂਦਾ ਜਾਂ ਤਿਆਰ ਕੀਤਾ ਜਾਂਦਾ। ਇੱਕ ਤਾਂ ਜਦੋਂ ਮਾਲਵੇ ਦੇ ਵਿੱਚ ਇਹਨੂੰ ਕਹਿੰਦੇ ਨੇ ਬਨੀ ਕਰਨਾ,
ਜਦੋਂ ਪਸ਼ੂਆਂ ਨੂੰ ਬਿਮਾਰੀ ਪੈ ਜਾਂਦੀ ਸੀ ਤਾਂ ਬਨੀ ਕੀਤੀ ਜਾਂਦੀ ਸੀ ਤਾਂ ਸਾਰਾ ਪਿੰਡ ਇੱਕ ਕਿਸਮ ਦਾ ਨਾਟਕ ਕਰਦਾ ਸੀ। ਪੂਰੇ ਪਿੰਡ ਦੇ ਆਲੇ ਦੁਆਲੇ, ਪੂਰੇ ਪਿੰਡ ਦੇ ਚੱਕ ਦੇ ਆਲੇ ਦੁਆਲੇ, ਰਕਬੇ ਦੇ ਆਲੇ ਦੁਆਲੇ ਇੱਕ ਤੌੜੇ ਦੇ ਵਿੱਚ ਪਾਣੀ ਪਾ ਕੇ ਕਾਰ ਕੀਤੀ ਜਾਂਦੀ ਸੀ। ਫਿਰ ਸਾਰੇ ਪਿੰਡ ਦੇ ਪਸ਼ੂਆਂ ਨੂੰ ਇੱਕ ਥਾਂ ਦੀ ਲੰਘਾਇਆ ਜਾਂਦਾ ਸੀ। ਉਹ ਵੀ ਸਾਡੇ ਲੋਕ ਨਾਟਕ ਦਾ ਇੱਕ ਰੂਪ ਹੈ ਜਿਹਨੂੰ ਸਾਲ ਕਿਹਾ ਜਾਂਦਾ ਹੈ ਜਾਂ ਆਪਣੇ ਮਾਲਵੇ ਦੇ ਵਿੱਚ ਬਨੀ ਕਿਹਾ ਜਾਂਦਾ ਹੈ। ਉਹਦੇ ਵਿੱਚ ਵੀ ਅਖੀਰ ਦੇ ਵਿੱਚ ਗੀਤ ਗਾਏ ਜਾਂਦੇ ਨੇ ਅਤੇ ਨਾਲ ਨਾਲ ਬਹੁਤ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਨੇ। ਦੂਜਾ ਰੂਪ ਇਹਦਾ ਸਾਲ ਦਾ ਹੈਗਾ ਜਦੋਂ ਖੂਹ ਪੁੱਟਿਆ ਜਾਂਦਾ ਸੀ। ਖੂਹ ਪੁੱਟਣਾ ਵੀ ਬਹੁਤ ਜੋਖਮ ਦਾ ਕਾਰਜ ਸੀ ਅਤੇ ਖੂਹ ਪੁੱਟਣ ਵੇਲੇ ਵੀ ਬਹੁਤ ਸਾਰੀਆਂ ਰਸਮਾਂ ਕੀਤੀਆਂ ਜਾਂਦੀਆਂ ਸੀਆਂ। ਉਹ ਸਾਰੀਆਂ ਪਰੰਪਰਾਵਾਂ ਵੀ ਇੱਕ ਲੋਕ ਨਾਟਕ ਦੀ ਵੰਨਗੀ ਦੇ ਤੌਰ 'ਤੇ ਵਿਕਸਿਤ ਹੁੰਦੀਆਂ ਨੇ। ਜਦੋਂ ਕਹਿੰਦੀ ਹੈ ਮੈਂ ਖੁਆਜੇ ਦੇ ਦਰਸ਼ਨ ਪਾਏ ਹਾਂ, ਮੈਂ ਆਪਣਾ ਰੰਗ ਬਟਾ ਲਿਆਈਆਂ, ਬਲਿਹਾਰੀ ਜਾਓ ਜੀ ਬੇੜਾ ਬੰਨੇ ਲੱਗਾ, ਖੁਸ਼ੀ ਮਨਾਓ ਜੀ ਬੇੜਾ ਬੰਨੇ ਲੱਗਾ। ਜਦੋਂ ਖੂਹ ਉਤਰ ਜਾਂਦਾ ਸੀ ਧਰਤੀ ਦੇ ਵਿੱਚ, ਉਹਦਾ ਚੱਕ ਜਦੋਂ ਚੱਕ 'ਤੇ ਸਾਰਾ ਖੂਹ ਉਸਰ ਜਾਂਦਾ ਸੀ ਤਾਂ ਉਦੋਂ ਇਹ ਕਿਹਾ ਜਾਂਦਾ ਸੀ ਕਿ ਬਲਿਹਾਰੀ ਜਾਓ ਜੀ ਬੇੜਾ ਬੰਨੇ ਲੱਗਾ, ਖੁਸ਼ੀ ਮਨਾਓ ਜੀ ਬੇੜਾ ਬੰਨੇ ਲੱਗਾ। ਇਸ ਤੋਂ ਬਾਅਦ ਹੋਰ ਅੱਗੇ ਤੁਰੀਏ ਆਪਾਂ। ਇੱਕ ਦੁਆਬੇ ਦਾ ਲੋਕ ਨਾਟ ਰੂਪ ਹੈ ਖਿਉੜੇ। ਸ਼ਾਇਦ ਦੁਆਬੇ ਵਾਲਿਆਂ ਨੂੰ ਪਤਾ ਹੋਵੇ। ਹੁਣ ਇਹ ਸਾਰੇ ਲੋਕ ਨਾਟ ਰੂਪ ਵਿਸਰ ਗਏ ਜਿਨ੍ਹਾਂ ਦੀ ਮੈਂ ਗੱਲ ਕਰਦਾ। ਖਿਉੜੇ ਦੇ ਵਿੱਚ ਕੀ ਹੁੰਦਾ ਸੀ, ਜਦੋਂ ਬਰਾਤ ਨੂੰ ਰੋਟੀ ਖਵਾਈ ਜਾਂਦੀ ਸੀ, ਪਹਿਲਾਂ 3-3 4-4 ਦਿਨ ਬਰਾਤਾਂ ਰਹਿੰਦੀਆਂ ਸੀ, ਬਰਾਤ ਦਾ ਇੱਕ ਰੋਟੀ ਦਾ ਟਾਈਮ ਫਿਕਸ ਸੀ। ਜਦੋਂ ਰੋਟੀ ਖਵਾਈ ਜਾਂਦੀ ਸੀ ਤਾਂ ਗਲੀ ਦੇ ਵਿੱਚੋਂ ਦੀ ਬਰਾਤ ਆ ਰਹੀ ਹੈ। ਘਰਾਂ ਦੀਆਂ ਛੱਤਾਂ 'ਤੇ ਔਰਤਾਂ ਬੈਠੀਆਂ ਨੇ, ਉਧਰਲੇ ਪਾਸੇ ਔਰਤਾਂ ਬੈਠੀਆਂ ਨੇ, ਦੂਜੇ ਪਾਸੇ ਵੀ ਔਰਤਾਂ ਬੈਠੀਆਂ ਨੇ, ਦੋਨਾਂ ਪਾਸੇ ਮਕਾਨਾਂ 'ਤੇ ਬੈਠੀਆਂ ਨੇ ਔਰਤਾਂ, ਤੇ ਗਲੀ ਦੇ ਵਿੱਚੋਂ ਬਰਾਤ ਜਾ ਰਹੀ ਹੈ। ਤਾਂ ਫਿਰ ਉੱਥੇ ਜਿਵੇਂ ਆਪਣੇ ਸਿੱਠਣੀਆਂ ਦਿੱਤੀਆਂ ਜਾਂਦੀਆਂ ਨੇ ਮਾਲਵੇ ਦੇ ਵਿੱਚ, ਇਸ ਤਰ੍ਹਾਂ ਉੱਥੇ ਉਹ ਔਰਤਾਂ ਗੀਤ ਗਾਉਂਦੀਆਂ ਨੇ। ਜਦੋਂ ਉਹ ਰੋਟੀ ਖਾਣ ਜਾ ਰਹੇ ਨੇ ਤਾਂ ਉਹ ਲਾੜਿਆ ਨੱਠ ਜਾਵੇ ਮੁੰਡੇ ਭੈਣਾਂ ਮੰਗਦੇ, ਮੁੜ ਕੇ ਪੈਰੀ ਪੈ ਜਾਵੇ ਮੁੰਡੇ ਛੱਡ ਜਾਣਗੇ, ਬਾਪੂ ਦੇ ਪਿੰਡ ਦੇ ਲਾਗੀ ਆਏ, ਸਹੁਰੀ ਦਾ ਚੁੱਪ ਵੇ ਗੁੜੁੱਪ ਪੱਲੇ ਪੈਸਾ ਵੀ ਹੈ ਨਾ, ਬਾਪੂ ਵੇ ਅੰਮਾ ਗਹਿਣੇ ਧਰੀਏ, ਸਹੁਰੀ ਦਾ ਚੁੱਪ ਵੇ ਗੁੜੁੱਪ ਵੇ ਕਿਸੇ ਲੈਣੀ ਵੀ ਹੈ ਨਾ। ਇਹ ਖਿਉੜਿਆਂ ਦੇ ਦੌਰਾਨ ਗਾਏ ਜਾਣ ਵਾਲੇ ਗੀਤ ਸੀ ਮਾਲਵੇ ਦੇ ਵਿੱਚ। ਅਤੇ ਇਹ ਲੋਕ ਨਾਟ ਰੂਪ ਹੁਣ ਸਾਡੇ ਕੋਲੋਂ ਅਲੋਪ ਹੁੰਦਾ ਜਾਂਦਾ ਹੈ, ਲਗਭਗ ਹੋ ਗਿਆ। ਇਹਦੇ ਕਿਤੇ ਮਾੜੇ ਮੋਟੇ ਸਿਮਟਮ, ਥੋੜ੍ਹੇ ਬਹੁਤੇ ਲੱਛਣ ਮਿਲਦੇ ਨੇ। ਉਸ ਤੋਂ ਬਾਅਦ ਅੱਗੇ ਤੁਰੀਏ, ਮਾਲਵੇ ਵੱਲ ਆਈਏ ਤਾਂ ਮਾਲਵੇ ਦੇ ਵਿੱਚ ਗੁੱਡੀ ਫੂਕਣ ਦੀ ਪਰੰਪਰਾ ਹੈ। ਇਹ ਗੁੱਡੀ ਫੂਕਣਾ ਵੀ ਆਪਣੇ ਆਪ ਦੇ ਵਿੱਚ ਇੱਕ ਨਾਟਕ ਹੈ। ਅਸਲ ਦੇ ਵਿੱਚ ਕਿਤੇ ਨਾ ਕਿਤੇ ਇਹ ਸਾਡੀ ਇੱਕ ਮਾੜੀ ਪਰੰਪਰਾ ਵੱਲ ਵੀ ਸੰਕੇਤ ਕਰਦਾ ਹੈ। ਉਹ ਮਾੜੀ ਪਰੰਪਰਾ ਇਹ ਹੈ ਕਿ ਪੰਜਾਬ ਦੇ ਵਿੱਚ ਔਰਤ ਨੂੰ ਵੀ, ਕੁੜੀਆਂ ਨੂੰ ਵੀ ਚੰਗਾ ਨਹੀਂ ਮੰਨਿਆ ਜਾਂਦਾ ਸੀ। ਇਸ ਕਰਕੇ ਇੱਕ ਬਲੀ ਦੇ ਰੂਪ ਦੇ ਵਿੱਚ ਇਹ ਪਰੰਪਰਾ ਹੈ। ਪੁਰਾਣੇ ਸਮੇਂ ਦੇ ਵਿੱਚ ਮੰਨਿਆ ਜਾਂਦਾ ਸੀ ਕਿ ਜੇ ਕੋਈ ਚੀਜ਼ ਕਰਨੀ ਹੈ ਨਾ, ਉਹਦੇ ਵਾਸਤੇ ਕੋਈ ਬਲੀ ਦਿੱਤੀ ਜਾਂਦੀ ਸੀ। ਇਹ ਸਮਝ ਲਓ ਕਿ ਕੁੜੀਆਂ ਦੀ ਬਲੀ ਦਿੱਤੀ ਜਾਂਦੀ ਸੀ। ਕੁੜੀਆਂ ਕਿਉਂਕਿ ਨਖਿੱਧ ਮੰਨਿਆ ਜਾਂਦਾ ਸੀ, ਕੁੜੀਆਂ ਨੂੰ ਸਾਡੇ ਪੰਜਾਬ ਦੇ ਵਿੱਚ ਚੰਗਾ ਨਹੀਂ ਮੰਨਿਆ ਜਾਂਦਾ ਸੀ। ਇਹਦੇ ਪਿੱਛੇ ਕਾਰਨ ਕੀ ਨੇ ਉਹ ਆਪਾਂ ਕਦੇ ਡਿਟੇਲ 'ਚ ਫਿਰ ਗੱਲ ਕਰਾਂਗੇ। ਬੜਾ ਮਹੱਤਵਪੂਰਨ ਸਬਜੈਕਟ ਹੈ ਇਹ ਕੁੜੀਆਂ ਦੇ ਮਸਲੇ 'ਤੇ, ਪਰ ਇਹ ਗੱਲ ਹੈਗੀ ਹੈ। ਇਸ ਕਰਕੇ ਜਦੋਂ ਬਲੀ ਦੇਣ ਦਾ ਮਸਲਾ ਆਇਆ ਤਾਂ ਉੱਥੇ ਫਿਰ ਕੁੜੀਆਂ ਦੀ ਬਲੀ ਦਿੱਤੀ ਗਈ। ਅਤੇ ਇੱਥੇ ਗੁੱਡੀ ਫੂਕਣਾ ਸਿੰਬੋਲਿਕ ਤੌਰ 'ਤੇ, ਪ੍ਰਤੀਕ ਦੇ ਤੌਰ 'ਤੇ ਕੁੜੀ ਦੀ ਬਲੀ ਦੇਣ ਦਾ ਕਨਸੈਪਟ ਹੀ ਹੈ। ਅਸੀਂ ਉਸ ਨੂੰ ਸਿੰਬੋਲਿਕ ਤੌਰ 'ਤੇ ਗੁੱਡੀ ਫੂਕਣ ਦੇ ਵਿੱਚ ਲਿਆਂਦਾ। ਸੋ ਪੂਰਾ ਉਵੇਂ ਜਿਵੇਂ ਪਹਿਲਾ ਫੇਜ਼ ਹੈ ਉਹਦਾ ਗੁੱਡੀ ਤਿਆਰ ਕੀਤੀ ਜਾਂਦੀ ਹੈ, ਦੂਜਾ ਫੇਜ਼ ਹੈ ਇਸ ਨਾਟਕ ਦਾ, ਦੂਜਾ ਦ੍ਰਿਸ਼ ਹੈ ਇਸ ਨਾਟਕ ਦਾ, ਗੁੱਡੀ ਫੂਕੀ ਜਾਂਦੀ ਹੈ, ਤੀਜਾ ਦ੍ਰਿਸ਼ ਹੈ ਫਿਰ ਉਸ ਤੋਂ ਵਾਪਸ ਜਦੋਂ ਆਇਆ ਜਾਂਦਾ ਅਤੇ ਪੁੰਨ ਕੀਤਾ ਜਾਂਦਾ ਹੈ। ਤਾਂ ਉਹ ਸਾਰਾ ਨਾਟਕ ਉਵੇਂ ਹੀ ਵਾਪਰਦਾ ਹੈ। ਗੁੱਡੀ ਮਰ ਗਈ ਅੱਜ ਕੁੜੇ, ਸਰਾਣੇ ਧਰ ਗਈ ਛੱਜ ਕੁੜੇ, ਗੁੱਡੀ ਮਰ ਗਈ ਰਾਤ ਨੂੰ, ਸਰਾਣੇ ਧਰ ਗਈ ਦਾਤ ਨੂੰ, ਜੇ ਗੁੱਡੀਏ ਤੇ ਮਰਨਾ ਸੀ, ਦਲੀਆ ਕਾਹਤੋਂ ਧਰਨਾ ਸੀ। ਹੁਣ ਇਹ ਸਾਰੀਆਂ ਇੱਕ ਨਾਟਕ ਹੋ ਰਿਹਾ ਕਿ ਗੁੱਡੀ ਵੈਸੇ ਕੁਝ ਨਹੀਂ ਮਰਿਆ ਹੈਗਾ, ਪਰ ਔਰਤਾਂ ਗੁੱਡੀ ਦੇ ਮਰਨ ਦਾ ਨਾਟਕ ਕਰ ਰਹੀਆਂ ਨੇ। ਸੋ ਇਸ ਤਰ੍ਹਾਂ ਸਾਡੇ ਪੰਜਾਬ ਦੇ ਵਿੱਚ ਗੁੱਡੀ ਦਾ ਨਾਟਕ ਹੁੰਦਾ ਰਿਹਾ। ਇਹਦੇ ਵਿੱਚ ਬਹੁਤ ਸਾਰੇ ਗੀਤ ਨੇ ਜਿਹੜੇ ਉਹ ਗਾਏ ਜਾਂਦੇ ਨੇ, ਜਿਹੜੇ ਗੁੱਡੀ ਦੇ ਗੀਤ ਨੇ। ਖਾਸ ਤੌਰ 'ਤੇ ਫਿਰ ਜਦੋਂ ਮੁੜਦੇ ਆ ਗੁੱਡੀ ਫੂਕ ਕੇ, ਉਦੋਂ ਪੁੰਨ ਕੀਤਾ ਜਾਂਦਾ ਹੈ, ਚੌਲ ਖਵਾਏ ਜਾਂਦੇ ਨੇ। ਵੀਰਾ ਕੁਛ ਪੁੰਨ ਕਰਦੇ, ਕਾਲੀ ਘਟਾਵੇ ਬਨੇਰੇ ਕੋਲ ਮੁੜ ਗਈ, ਵੀਰ ਮੇਰੇ ਧਰਮੀ ਨੇ ਸਣੇ ਬਲਦ ਗੱਡਾ ਪੁੰਨ ਕੀਤਾ, ਕੁੜੀਆਂ ਦਾ ਪੱਜ ਲਾ ਕੇ ਸਾਰੇ ਪਿੰਡ ਨੇ ਗੁਲਗੁਲੇ ਖਾਧੇ। ਇਹੋ ਜਿਹੇ ਕਿੰਨੇ ਗੀਤ ਨੇ ਜਿਹੜੇ ਇਸ ਨਾਟਕ ਦੇ ਵਿੱਚ ਆਉਂਦੇ ਨੇ। ਇਸ ਤੋਂ ਬਾਅਦ ਆਪਾਂ ਹੋਰ ਅੱਗੇ ਤੁਰਦੇ ਹਾਂ। ਇੱਕ ਸ਼ਾਇਦ ਤੁਹਾਡੇ 'ਚੋਂ ਕਿਸੇ ਨੂੰ ਉਸ ਪਰੰਪਰਾ ਬਾਰੇ ਪਤਾ ਹੋਵੇ। ਉਹ ਪਰੰਪਰਾ ਗੋਰੇ। ਜਿਸ ਤਰ੍ਹਾਂ ਜਾਗੋ ਕੱਢੀ ਜਾਂਦੀ ਹੈ, ਜਾਗੋ ਬਾਰੇ ਆਪਾਂ ਗੱਲ ਕਰਾਂਗੇ ਅੱਗੇ। ਇਸ ਤਰ੍ਹਾਂ ਹੀ ਸਾਡੇ ਮਾਲਵੇ ਦੇ ਵਿੱਚ ਮੈਂ ਬਚਪਨ ਦੇ ਵਿੱਚ ਨਿੱਕੇ ਹੁੰਦੇ ਦੇਖਦੇ ਰਿਹਾ ਕਿ ਮੂੰਹਾਂ 'ਤੇ ਚੌਲਾਂ ਦਾ ਆਟਾ ਲਾ ਕੇ ਨਾ ਗੋਰੇ ਬਣਾਏ ਜਾਂਦੇ ਸੀ। ਅਤੇ ਉਹ ਜਿਵੇਂ ਜਾਗੋ ਲੈ ਕੇ ਪਿੰਡ ਦੇ ਵਿੱਚ ਜਾਇਆ ਜਾਂਦਾ ਸੀ, ਉਸੇ ਤਰ੍ਹਾਂ ਹੀ ਗੋਰੇ ਵੀ ਪਿੰਡ ਦੇ ਵਿੱਚ ਜਾਂਦੇ ਸੀ। ਸਾਡੇ ਗੋਰਿਆਂ ਦੇ ਪੈਰੀਂ ਹੱਥ ਲਾ ਦੋਵੇ, ਬੀਬਾ ਗੋਰੇ ਆਏ ਨੇ,
ਸਾਡੇ ਗੋਰਿਆਂ ਨੂੰ ਸੀਸ ਨਿਭਾ ਦੋ ਵੇ ਬੀਬਾ ਗੋਰੇ ਆਏ ਨੇ। ਉਹ ਇਸ ਤਰ੍ਹਾਂ ਹੀ ਘਰ ਘਰ ਜਾਂਦੇ ਸੀ। ਜੋ ਘਰ ਘਰ ਜਾਂਦੇ ਸੀ ਤਾਂ ਗੀਤ ਗਾਉਂਦੇ ਸੀ। ਅਤੇ ਇਹ ਕਨਸੈਪਟ ਦਾ ਪਿਛੋਕੜ ਅੰਗਰੇਜ਼ਾਂ ਦੇ ਨਾਲ ਜੁੜਿਆ ਹੋਇਆ ਹੈ, ਕਿਉਂਕਿ ਜਿੰਨੀਆਂ ਹਾਕਮ ਧਿਰਾਂ ਨੇ ਨਾ ਉਹ ਸਾਡੇ ਗੀਤਾਂ ਦੇ ਵਿੱਚ ਧਾੜਵੀਆਂ ਦੇ ਰੂਪ ਦੇ ਵਿੱਚ ਆਉਂਦੀਆਂ ਨੇ, ਅਤੇ ਗੋਰਿਆਂ ਦਾ ਐਂ ਜਾਣਾ ਉਹਨਾਂ ਦੀ ਉੱਚਤਾ ਦਾ ਪ੍ਰਤੀਕ ਹੈ। ਗੋਰੇ ਬਣਿਆ ਜਾਂਦਾ ਸੀ, ਕਿਉਂਕਿ ਅਸੀਂ ਗੋਰੇ ਤਾਂ ਹੈ ਨਹੀਂ ਸੀ। ਪੰਜਾਬ ਦੇ ਲੋਕ ਜਾਂ ਹਿੰਦੁਸਤਾਨ ਦੇ ਲੋਕ ਸਾਨੂੰ ਤਾਂ ਇੰਡੀਅਨ ਬਲੈਕ ਡੌਗ ਕਹਿੰਦੇ ਸੀ ਅੰਗਰੇਜ਼। ਇਸ ਕਰਕੇ ਗੋਰੇ ਹੋਣਾ ਨੂੰ ਜਦੋਂ ਅਸੀਂ ਬਹੁਤ ਚੰਗਾ ਮੰਨਦੇ ਹਾਂ ਨਾ, ਤਾਂ ਇਹਦਾ ਕਨਸੈਪਟ ਵੀ ਕਿਤੇ ਨਾ ਕਿਤੇ ਅੰਗਰੇਜ਼ਾਂ ਦੇ ਨਾਲ ਜੁੜਦਾ। ਸਾਨੂੰ ਉਹ ਲੋਕ ਗੋਰੇ ਚਿੱਟੇ ਲੱਗਦੇ ਸੀ, ਚੰਗੇ ਲੱਗਦੇ ਸੀ, ਅਤੇ ਅਸੀਂ ਉਹਨਾਂ ਦੇ ਪੈਟਰਨ 'ਤੇ ਗੋਰੇ ਬਣਨ ਦੀ ਰਸਮ ਕੀਤੀ। ਅਤੇ ਇਹ ਗੋਰਿਆਂ ਦਾ ਨਾਟਕ ਸੀ ਇੱਕ ਕਿਸਮ ਦਾ, ਜਿਹੜਾ ਇਸ ਰੂਪ ਦੇ ਵਿੱਚ ਆਇਆ। ਹੁਣ ਜਦੋਂ ਗੋਰੇ ਆ ਰਹੇ ਨੇ ਤਾਂ ਉਵੇਂ ਹੀ ਉਹਨਾਂ ਨੂੰ ਕੁਛ ਨਾ ਕੁਛ ਦਿੱਤਾ ਜਾਂਦਾ ਹੈ। 5 ਰੁਪਏ ਖੇਸ ਰੇਸ਼ਮੀ, ਇਹ ਗੋਰਿਆਂ ਦੀ ਕੀਮਤ ਵੇ ਗੋਰੇ ਆਏ ਨੇ। ਅਤੇ ਨਾਲ ਨਾਲ ਫਿਰ ਹੋਰ ਬਹੁਤ ਸਾਰੇ ਗੀਤ ਗਾਏ ਜਾਂਦੇ ਸੀ, ਜਿਵੇਂ ਜਾਗੋ ਦੇ ਵਿੱਚ ਗਾਏ ਜਾਂਦੇ ਨੇ। ਬਿਨਾਂ ਸ਼ੱਕ ਕਮੈਂਟ ਆ ਰਿਹਾ ਹੈ ਅਮਨਦੀਪ ਹੋਰਾਂ ਦਾ ਕਿ ਇਹ ਵਹਿਮ ਭਰਮ ਹੀ ਹੈ। ਬਲੀ ਆਪਣੇ ਆਪ ਦੇ ਵਿੱਚ ਇੱਕ ਵਹਿਮ ਭਰਮ ਹੈ, ਪਰ ਸਾਡਾ ਜਿਹੜਾ ਲੋਕ ਮਨ ਹੈ, ਲੋਕ ਧਾਰਾ, ਇਹਦਾ ਵਹਿਮ ਭਰਮ ਇੱਕ ਬਹੁਤ ਵੱਡਾ ਹਿੱਸਾ ਹੈ ਇਹਦਾ। ਇਹ ਵਹਿਮਾਂ ਭਰਮਾਂ ਤੋਂ ਬਿਨਾਂ ਚੱਲਦਾ ਹੀ ਨਹੀਂ ਸੀ ਉਸ ਦੌਰ ਦੇ ਵਿੱਚ। ਇਹਦੇ ਵਿੱਚ ਬਹੁਤ ਸਾਰੀਆਂ ਰਸਮਾਂ ਇਹੋ ਜਿਹੀਆਂ ਜੁੜਦੀਆਂ ਸੀਆਂ। ਬਲੀ ਦੇਣ ਨੂੰ ਪ੍ਰਤੀਕ ਦੇ ਰੂਪ ਦੇ ਵਿੱਚ ਗੁੱਡੀ ਫੂਕਣ ਨਾਲ ਜੋੜਨਾ ਆਪਣੇ ਆਪ ਦੇ ਵਿੱਚ ਇੱਕ ਵਹਿਮ ਹੈ, ਪਰ ਕਿਉਂਕਿ ਪੁਰਾਣਾ ਜਿਹੜਾ ਲੋਕ ਮਨ ਹੈ ਐਂ ਸੋਚਦਾ ਸੀ ਕਿ ਇਹਦੇ ਨਾਲ ਸ਼ਾਇਦ ਦੇਵਤੇ ਖੁਸ਼ ਹੋ ਜਾਣਗੇ ਅਤੇ ਮੀਂਹ ਪਊਗਾ, ਤਾਂ ਇਹ ਰਸਮਾਂ ਪੈਦਾ ਹੋਈਆਂ। ਸੋ ਗੋਰੇ ਤੋਂ ਬਾਅਦ ਹੁਣ ਆਉਂਦੇ ਜਾਗੋ ਵੱਲ। ਜਾਗੋ ਬਹੁਤ ਅਹਿਮ ਰਸਮ ਹੈ, ਜਿਹੜੀ ਅੱਜ ਤੱਕ ਵੀ ਕੀਤੀ ਜਾਂਦੀ ਹੈ। ਵੱਖਰੀ ਗੱਲ ਹੈ ਕਿ ਹੁਣ ਜਾਗੋ ਸੈਲਾਂ ਵਾਲੀ ਆ ਗਈ। ਹੁਣ ਜਾਗੋ 'ਤੇ ਦੀਵੇ ਨਹੀਂ ਲੱਗਦੇ ਹੈਗੇ, ਅਤੇ ਹੁਣ ਜਾਗੋ ਬਹੁਤ ਸੀਮਤ ਹੋ ਗਈ। ਹੁਣ ਜਾਗੋ ਨਾਟਕ ਤੋਂ ਵੀ ਅੱਗੇ ਹੋਰ ਭੈੜਾ ਨਾਟਕ ਬਣ ਗਈ। ਪਰ ਫਿਰ ਵੀ ਇਹ ਇੱਕ ਇਹੋ ਜਿਹੀ ਪਰੰਪਰਾ ਜਿਹੜੀ ਅੱਜ ਤੱਕ ਵੀ ਸਾਡੇ ਪੰਜਾਬ ਦੇ ਵਿੱਚ ਜਿਉਂਦੀ ਹੈ। ਅਤੇ ਜਾਗੋ ਜਦੋਂ ਘਰ ਤੋਂ ਚੱਲਦੀ ਹੈ, ਉਦੋਂ ਤੋਂ ਲੈ ਕੇ ਮੁੜਨ ਤੱਕ ਇੱਕ ਚੱਲਦਾ ਫਿਰਦਾ ਨਾਟਕ ਹੈ। ਜਦੋਂ ਸ਼ੁਰੂ ਹੁੰਦੇ ਆ ਕਿ ਆਉਂਦੀ ਕੁੜੀਏ ਜਾਂਦੀ ਕੁੜੀਏ, ਚੱਕ ਲਿਆ ਬਾਜ਼ਾਰ ਵਿੱਚੋਂ ਡਰਨਾ, ਬਈ ਵਿਆਹ ਕਰ ਤਾਰੇ ਦਾ, ਜਾਗੋ ਕੱਢਣੀ ਮੜਕ ਨਾਲ ਟੁਰਨਾ ਜੀ, ਵਿਆਹ ਕਰ ਤਾਰੇ ਦਾ। ਮਤਲਬ ਨਾਟਕ ਦੀ ਸ਼ੁਰੂਆਤ ਹੋ ਗਈ। ਇਸ ਤੋਂ ਬਾਅਦ ਫਿਰ ਨਾਟਕ ਦਾ ਉਹ ਹਿੱਸਾ ਆਉਂਦਾ ਹੈ ਜਦੋਂ ਪੂਰੀ ਤਰ੍ਹਾਂ ਨਾਟਕ ਹੁੰਦਾ ਹੈ, ਜਦੋਂ ਕਿਹਾ ਜਾਂਦਾ ਕਿ ਲੰਬੜਾ ਜੋਰੋ ਜਗਾ ਲਾਵੇ ਹੁਣ ਜਾਗੋ ਆਈ ਹੈ, ਸ਼ਾਬਾ ਵੀ ਹੁਣ ਜਾਗੋ ਆਈ ਹੈ, ਚੁੱਪ ਕਰ ਬੀਬੀ ਮਸਾਂ ਸਵਾਈ ਹੈ, ਲੋਰੀ ਦੇ ਕੇ ਪਾਈ ਹੈ, ਜਾਗ ਪਊਗੀ ਅੜੀ ਕਰੂਗੀ, ਚੱਕਣੀ ਪਊਗੀ, ਜਾਗੋ ਆਈ ਹੈ। ਅਤੇ ਉਸ ਤੋਂ ਬਾਅਦ ਫਿਰ ਹੋਰ ਤੇਜ਼ ਹੁੰਦਾ ਜਾਗੋ ਦਾ ਨਾਟਕ, ਮੰਚ ਭਖ ਜਾਂਦਾ, ਚੱਲਦਾ ਫਿਰਦਾ ਮੰਚ। ਤਾਂ ਫਿਰ ਜਦੋਂ ਸਿੱਧੇ ਤੌਰ 'ਤੇ ਇੱਕ ਐਕਟਰ ਮੈਦਾਨ ਦੇ ਵਿੱਚ ਆਉਂਦਾ, ਜਦੋਂ ਕਹਿੰਦਾ ਕਿ ਹਰਨਾਮ ਸਿਆਂ ਆ ਮੋਟੀ ਜੀ ਗੱਦੋ ਤੇਰੀ ਹੈ, ਅਤੇ ਬਾਕੀ ਐਕਟਰ ਜਵਾਬ ਦਿੰਦੇ ਨੇ ਹਾਂ ਸਾਹਿਬ ਜੀ ਮੇਰੀ ਹੈ। ਅਤੇ ਫਿਰ ਉਹ ਕਹਿੰਦੇ ਨੇ ਕਿ ਖੇਤ ਗਈ ਨੂੰ ਮਾਰਾਂਗੇ, ਚੋਟੋ ਚੋਟ ਪਕਾਰਾਂਗੇ, ਖੇਤ ਗਈ ਕੀ ਫਲ ਪਾਵੇਗੀ, ਗੋਦੀ ਵਾਲ ਖਿਡਾਵੇਗੀ, ਖਬਰਦਾਰ ਰਹਿਣਾ ਜੀ ਚੌਂਕੀ ਹਾਕਮਾਂ ਦੀ ਆਈ, ਖਬਰਦਾਰ ਰਹਿਣਾ ਜੀ ਚੌਂਕੀ ਹਾਕਮਾਂ ਦੀ ਆਈ। ਇਹ ਕਲਾਈਮੈਕਸ ਹੈ ਜਾਗੋ ਦਾ। ਇਸ ਤੋਂ ਬਾਅਦ ਫਿਰ ਹੋਰ ਤੇਜ਼ ਹੁੰਦਾ ਜਾਗੋ, ਜਦੋਂ ਫਿਰ ਬਹੁਤ ਤੇਜ਼ ਗਤੀ ਨਾਲ ਸਿੱਧੇ ਤੌਰ 'ਤੇ ਨਾਟਕ ਇੰਨਾ ਤਿੱਖਾ ਹੋ ਜਾਂਦਾ ਉੱਥੇ ਜਾ ਕੇ, ਜਦੋਂ ਕਿ ਕਹਿੰਦਾ ਇਹਨਾਂ ਨਾਨਕਿਆਂ ਦੀ ਰੜੇ ਪੰਬੀਰੀ ਬੋਲੇ, ਇਹਨਾਂ ਦਾਦਕਿਆਂ ਦੇ ਮੂੰਹ ਚੌੜੇ ਢਿੱਡ ਪੋਲੇ। ਇਹ ਬਹੁਤ ਕਮਾਲ ਦਾ ਨਾਟਕ, ਬਹੁਤ ਤਿੱਖਾ ਨਾਟਕ, ਬਹੁਤ ਤੇਜ਼ ਨਾਟਕ ਇੱਥੇ ਚੱਲਦਾ। ਕਮਾਲ ਦੀ ਐਕਟਿੰਗ ਹੁੰਦੀ ਹੈ ਇੱਥੇ, ਜਿੱਦ ਕੇ ਐਕਟਿੰਗ ਹੁੰਦੀ ਹੈ। ਇੱਕ ਪਾਸੇ ਪੂਰੀ ਨਾਨਕਾ ਧਿਰ ਪਾਤਰ ਬਣ ਜਾਂਦੀ ਹੈ, ਇੱਕ ਪਾਸੇ ਪੂਰੀ ਦਾਦਕਾ ਧਿਰ ਪਾਤਰ ਬਣ ਜਾਂਦੀ ਹੈ, ਅਤੇ ਪਾਤਰਾਂ ਰਾਹੀਂ ਇਹ ਨਾਟਕ ਹੈ ਜਿਹੜਾ ਉਹ ਸਿਖਰ 'ਤੇ ਪਹੁੰਚਦਾ ਹੈ। ਜਾਗੋ ਤੋਂ ਬਾਅਦ ਹੋਰ ਅੱਗੇ ਤੁਰੀਏ, ਇਹ ਤੋਂ ਬਾਅਦ ਆਉਂਦੇ ਅਸੀਂ ਨਕਲਾਂ ਵੱਲ। ਪੰਜਾਬ ਦੇ ਵਿੱਚ ਨਕਲਾਂ ਦੀ ਇੱਕ ਲੰਮੀ ਪਰੰਪਰਾ ਰਹੀ ਹੈ। ਨਕਲਾਂ ਵੀ ਦੋ ਤਰ੍ਹਾਂ ਦੀਆਂ ਨੇ। ਇੱਕ ਇਕਹਿਰੀ ਗੋਂਦ ਵਾਲੀ ਨਕਲ ਹੈ, ਜਿਹਨੂੰ ਅਸੀਂ ਟਿੱਚਰ ਕਹਿੰਦੇ ਹਾਂ, ਅਤੇ ਦੂਜੇ ਪਾਸੇ ਇੱਕ ਲੰਬੀ ਕਹਾਣੀ ਦੇ ਰੂਪ ਦੇ ਵਿੱਚ ਨਕਲ ਹੈ, ਜਿਹਨੂੰ ਅਸੀਂ ਪਟੜੀ ਕਹਿੰਦੇ ਹਾਂ। ਇਹ ਟਿੱਚਰ ਅਤੇ ਪਟੜੀ ਦੋ ਰੂਪਾਂ ਦੇ ਵਿੱਚ ਸਾਡੀ ਨਾਟਕ ਚੱਲਦੀ ਰਹੀ ਹੈ। ਅਤੇ ਬਹੁਤ ਮੰਨੇ ਪ੍ਰਮੰਨੇ ਨਕਲੀਏ ਜਦੋਂ ਸਾਡਾ ਸਾਂਝਾ ਪੰਜਾਬ ਸੀ, ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਨਕਲੀਏ ਨੇ ਪਾਕਿਸਤਾਨ ਦੇ ਵਿੱਚ ਚਲੇ ਗਏ, ਅਤੇ ਹੌਲੀ ਹੌਲੀ ਇਹ ਕਲਾ ਮਰ ਗਈ, ਜਿਹਦੇ ਵਿੱਚ ਮਲਸੀਹਾਂ ਦੇ ਨਕਲੀਏ, ਭਗਤੂਪੁਰੀਏ, ਸਿੰਗਰੀ ਵਾਲੇ, ਮਰੋਲੀ ਵਾਲੇ, ਸ਼ਾਹਪੁਰੀਏ,
ਮਾਤਾ ਰਣੀਏ, ਕਾਲੇ ਵਾਲੀਏ, ਢਾਂਡੋ ਕੇ, ਘਰੋਗੀਏ, ਪੰਡੋਰੀ ਵਾਲੇ, ਹੈਦਰ ਵਾਲੇ, ਮੰਡੇਰਾਂ ਵਾਲੇ, ਢਿੰਗਰੀ ਵਾਲੇ, ਚੱਕ ਰਾਮੂ ਵਾਲੇ, ਮਾਜ਼ਰੀ ਦਿਆਲਪੁਰੀਏ ਵਾਲੇ, ਨੂਰਪੁਰ ਬੇਦੀਆਂ ਵਾਲੇ, ਝੱਬੇ ਵਾਲੀਏ, ਰੂਲੀਏ ਦਾ ਅਖਾੜਾ। ਇਹ ਬੜੀਆਂ ਵੱਡੀਆਂ ਜਿਹੜੀਆਂ ਨਕਲਾਂ ਦੀਆਂ ਟੀਮਾਂ ਜਿਹੜੀਆਂ ਰਹੀਆਂ ਨੇ ਨਕਾਲਾਂ ਦੀਆਂ, ਅਤੇ ਪੰਜਾਬ ਦੀ ਧਰਤੀ 'ਤੇ ਇਹ ਸਾਰੀਆਂ ਚੱਲਦੀਆਂ ਰਹੀਆਂ ਨੇ। ਅਤੇ ਕਈ ਨਕਲਾਂ ਦਾ ਜਿਹੜਾ ਇੱਕ ਲੰਮਾ ਹਿੱਸਾ ਜਿਹੜਾ ਉਹ ਤਾਂ ਇਹ ਸਮਝ ਲਓ ਕਿ 4-4 5-5 ਘੰਟੇ ਜਾਂ ਕਈ ਵਾਰੀ ਸਾਰੀ ਰਾਤ ਵੀ ਲੰਘ ਜਾਂਦੀ ਸੀ, ਅਤੇ ਨਕਲਾਂ ਦੇ ਸਿਲਸਿਲੇ ਉਹਨਾਂ ਦੇ ਚੱਲਦੇ ਰਹਿੰਦੇ ਸੀ। ਅਤੇ ਕਈ ਜਿਹੜੀਆਂ ਛੋਟੀਆਂ ਨਕਲਾਂ ਨੇ ਜਿਹਦੇ ਵਿੱਚ ਪ੍ਰਭਾਂ ਦੇ ਖੈਰ, ਪ੍ਰਭਾਂ ਦੀ ਭਾਗ ਲੱਗੇ ਰਹਿਣ, ਪ੍ਰਭਾਂ ਦੇ ਵਿਹੜੇ ਸੱਜੇ ਰਹਿਣ, ਅਬਲ ਤਾਂ ਰੱਬ ਤੁਹਾਨੂੰ ਚੁੱਕੇ ਨਾ, ਜੇ ਚੁੱਕ ਲੇ ਤਾਂ ਘੱਟੋ ਘੱਟ ਮਰਾਸੀਆਂ ਵਿਹੜੇ ਨਾ ਸੁੱਟੇ। ਇਸ ਤਰ੍ਹਾਂ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਨਕਲਾਂ ਜਿਹੜੀਆਂ ਅਸੀਂ ਆਪਣੇ ਵਿਆਹਾਂ ਦੇ ਵਿੱਚ ਮਰਾਸੀਆਂ ਤੋਂ ਹੁਣ ਸੁਣਦੇ ਰਹੇ ਹਾਂ, ਇਸ ਕਿਸਮ ਦੀਆਂ ਕਈ ਸਾਰੀਆਂ ਜਿਹੜੀਆਂ ਨਕਲਾਂ ਚੱਲਦੀਆਂ ਰਹੀਆਂ ਨੇ। ਜਦੋਂ ਕਹਿੰਦਾ ਕਿ ਜਜ਼ਮਾਨਾ ਕੋਈ ਕੁੜੀ ਵਾਸਤੇ ਮੁੰਡਾ ਹੀ ਲੱਭ ਛੱਡ, ਅਤੇ ਉਹ ਕਹਿੰਦਾ ਕਿ ਕਿਹੋ ਜਿਹਾ ਮੁੰਡਾ ਚਾਹੀਦਾ, ਉਹ ਕਹਿੰਦਾ ਕਿ ਹੋਵੇ ਕੋਈ 25 ਸਾਲ ਦਾ, 24-25 ਸਾਲ ਦਾ, ਅਤੇ ਉਹ ਕਹਿੰਦਾ ਕਿ ਜਜਮਾਨ ਜੇ 24 ਸਾਲ ਦਾ ਇੱਕ ਨਾ ਲੱਭੇ ਤਾਂ 6-6 ਸਾਲ ਦੇ 4 ਲੈ ਆਵਾਂ। ਸੋ ਇਸ ਤਰ੍ਹਾਂ ਜਿਹੜੀਆਂ ਇਹ ਨਕਲਾਂ ਦੀ ਪਰੰਪਰਾ ਮਰਾਸੀਆਂ ਰਾਹੀਂ, ਨਕਾਲਾਂ ਰਾਹੀਂ, ਜਿਹਦੇ ਵਿੱਚ ਇੱਕ ਰੰਗਾ ਪਾਤਰ ਹੁੰਦਾ ਹੈ, ਇੱਕ ਬਿਗਲਾ ਪਾਤਰ ਹੁੰਦਾ ਹੈ, ਉਹਨਾਂ ਕੋਲ ਇੱਕ ਚਮੋਟਾ ਰੱਖਿਆ ਹੁੰਦਾ ਹੈ, ਇਸ ਤਰ੍ਹਾਂ ਉਹ ਚੱਲਦੇ ਨੇ ਅਤੇ ਇੱਕ ਦੂਜੇ ਦੇ ਚਮੋਟਾ ਮਾਰਦੇ ਨੇ, ਇੱਕ ਦੂਜੇ ਦੇ ਨਕਲਾਂ ਕਰਦੇ ਨੇ। ਉਹਦੇ ਵਿੱਚ ਕਈ ਵਾਰੀ ਛੋਟੀ ਛੋਟੀਆਂ ਐਕਟਿੰਗ ਦੀ ਮੁੱਛਾਂ ਵੀ ਲਾ ਲੈਂਦੇ ਨੇ, ਕਈ ਵਾਰੀ ਚਿਹਰੇ ਦੇ ਉੱਤੇ। ਆਮ ਤੌਰ 'ਤੇ ਉਹਨਾਂ ਕੋਲ ਇੱਕ ਡੱਫ ਹੁੰਦੀ ਹੈ, ਡੱਫ ਵਜਾਉਂਦੇ ਨੇ, ਇੱਕ ਪਰਨਾ ਹੁੰਦਾ, ਸਿਰ 'ਤੇ ਪਰਨਾ ਲਿਆ ਹੁੰਦਾ, ਉਸ ਪਰਨੇ ਦੇ ਨਾਲ ਹੀ ਉਹ ਰੋਲ ਬਦਲ ਲੈਂਦੇ ਨੇ। ਪਰਨਾ ਸਿਰ 'ਤੇ ਬੰਨ੍ਹ ਲਿਆ, ਪਰਨਾ ਮੋਢੇ 'ਤੇ ਰੱਖ ਲਿਆ, ਪਰਨਾ ਲੱਕ 'ਚ ਬੰਨ੍ਹ ਲਿਆ, ਪਰਨਾ ਵਿਛਾ ਲਿਆ। ਕਹਿਣ ਦਾ ਭਾਵ ਉਹ ਸਾਰੀਆਂ ਚੀਜ਼ਾਂ ਥੋੜ੍ਹੇ ਥੋੜ੍ਹੇ ਸਮਾਨ ਨਾਲ ਜਿਹੜਾ ਬਾਅਦ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਨੁੱਕੜ ਨਾਟਕ ਪੈਦਾ ਹੋਇਆ ਨਾ, ਉਹ ਬੇਸਿਕਲੀ ਮਰਾਸੀਆਂ ਦੀ ਫਾਰਮ ਦੇ ਵਿੱਚੋਂ ਹੀ ਡਿਵੈਲਪ ਹੋਇਆ। ਅਤੇ ਤੁਹਾਨੂੰ ਮੈਂ ਇੱਕ ਬਹੁਤ ਖੂਬਸੂਰਤ ਗੱਲ ਹੋਰ ਦੱਸਦਾ। ਦੁਨੀਆ ਦਾ ਇੱਕ ਬਹੁਤ ਵੱਡਾ ਨਾਟਕਕਾਰ ਹੈ ਬਰਤੋਲਤ ਬ੍ਰੈਖਤ। ਉਹਨੇ ਨਾ ਨਾਟਕ ਦੀ ਇੱਕ ਵਿਸ਼ੇਸ਼ ਆਪਣੀ ਇੱਕ ਵੱਖਰੀ ਸ਼ੈਲੀ ਦਿੱਤੀ ਦੁਨੀਆ ਨੂੰ। ਉਹਨੂੰ ਮਤਲਬ ਇਲਿਊਸ਼ਨ ਦਾ ਥੀਏਟਰ ਵੀ ਕਿਹਾ ਜਾਂਦਾ ਹੈ, ਉਸ ਨੂੰ ਮਹਾਕਾਵਿਕ ਥੀਏਟਰ ਵੀ ਕਿਹਾ ਜਾਂਦਾ ਹੈ। ਉਹਦੇ ਵਿੱਚ ਇਹ ਹੈ ਕਿ ਸਾਰਾ ਕੁਝ ਲੋਕਾਂ ਦੇ ਸਾਹਮਣੇ ਹੁੰਦਾ ਹੈ, ਕਿ ਪਾਤਰ ਨੇ ਤਿਆਰ ਵੀ ਲੋਕਾਂ ਦੇ ਸਾਹਮਣੇ ਹੋਣਾ ਹੈ, ਪਾਤਰ ਨੇ ਮਿਊਜ਼ਿਕ ਵੀ ਲੋਕਾਂ ਦੇ ਸਾਹਮਣੇ ਵਜਾਉਣਾ ਹੈ। ਜਿਹੜਾ ਸਾਡਾ ਅੱਜ ਨਾਟਕ ਹੁੰਦਾ ਇਸ ਤਰ੍ਹਾਂ ਦਾ ਨਾਟਕ ਨਹੀਂ, ਉਹਦੇ ਵਿੱਚ ਸਾਰਾ ਕੁਝ ਲੁਕੋ ਕੇ ਰੱਖਿਆ ਜਾਂਦਾ ਹੈ, ਸਟੇਜ 'ਤੇ ਇਕੱਲੀ ਜ਼ਿੰਦਗੀ ਚੱਲਦੀ ਹੈ। ਪਰ ਜਿਹੜਾ ਸਾਡਾ ਉਹ ਨਾਟਕ ਹੈ ਬ੍ਰੈਖਤ ਵਾਲਾ ਨਾਟਕ, ਉਹਦੇ ਵਿੱਚ ਇਹ ਹੈ ਕਿ ਸਾਰਾ ਕੁਝ ਲੋਕਾਂ ਦੇ ਸਾਹਮਣੇ। ਅਤੇ ਜਦੋਂ ਬਰਤੋਲਤ ਬ੍ਰੈਖਤ ਨੇ ਆਪਣੇ ਉਹ ਫਾਰਮ ਡਿਵੈਲਪ ਕੀਤੀ, ਤਾਂ ਮੈਂ ਆਪਣੇ ਮੇਰੀ PhD ਇਹਨਾਂ ਚੀਜ਼ਾਂ ਦੇ ਉੱਤੇ ਹੈ, ਜਿਹੜੀਆਂ ਚੀਜ਼ਾਂ ਜਿਹਦੇ ਮੈਂ ਗੱਲ ਕਰ ਰਿਹਾ, ਜਿਹੜੀ ਜੇ ਮੈਂ ਸੁਣਾ ਰਿਹਾ ਮੇਰੇ ਥੀਸਿਸ ਦਾ ਹਿੱਸਾ ਹੈ। ਤਾਂ ਉਦੋਂ ਮੈਂ ਰਿਸਰਚ ਕੀਤੀ ਕਿ ਬਰਤੋਲਤ ਬ੍ਰੈਖਤ ਦਾ ਨਾਟਕ ਤਾਂ ਸਾਡੇ ਪਿੰਡਾਂ ਦੇ ਵਿੱਚ ਪਹਿਲਾਂ ਹੀ ਹੋ ਰਿਹਾ। ਸਾਡੇ ਜਿੰਨੀਆਂ ਇਹ ਲੋਕ ਨਾਟਕੀ ਫਾਰਮਾਂ ਨੇ, ਗਿੱਧੇ ਦੇ ਵਿੱਚ ਔਰਤਾਂ ਕੀ ਕਰਦੀਆਂ ਨੇ, ਚਲਦੀਆਂ ਹੀ ਸਾਹਮਣੇ ਜਦੋਂ ਗਿੱਧਾ ਪੈ ਰਿਹਾ ਹੈ, ਆਪਣੀ ਚੁੰਨੀ ਨੂੰ ਸਿਰ 'ਤੇ ਮੰਡਾਸੇ ਦੇ ਤੌਰ 'ਤੇ ਬੰਨ੍ਹ ਲੈਂਦੀਆਂ ਨੇ, ਐਕਟਰ ਚੇਂਜ ਹੋ ਗਿਆ। ਮਰਾਸੀ ਆਪਣੇ ਪਰਨੇ ਨਾਲ ਮਿੰਟ ਦੇ ਵਿੱਚ ਚੇਂਜ ਕਰ ਲੈਂਦੇ ਨੇ, ਆਪਣਾ ਜਿਹੜਾ ਐਕਟਰ ਚੇਂਜ ਕਰ ਲੈਂਦੇ ਨੇ, ਆਪਣਾ ਪਾਤਰ ਚੇਂਜ ਕਰ ਲੈਂਦੇ ਨੇ। ਇਹ ਵੀ ਬ੍ਰੈਖਤ ਦੀ ਸ਼ੈਲੀ ਹੈ। ਸੋ ਅਸੀਂ ਆਪਣੀ ਪਰੰਪਰਾ ਨੂੰ, ਆਪਣੀ ਲੋਕਧਾਰਾ ਨੂੰ ਉਵੇਂ ਫੋਲਿਆ ਨਹੀਂ ਹੈਗਾ। ਅਦਰਵਾਈਜ਼ ਸਾਡੇ ਕੋਲੇ ਦੁਨੀਆ ਦੀਆਂ ਸਾਰੀਆਂ ਪਰੰਪਰਾਵਾਂ ਨਾਟਕ ਦੀਆਂ ਸਾਡੀ ਧਰਤੀ 'ਤੇ ਹੈਗੀਆਂ ਨੇ, ਅਤੇ ਉਹਦੇ ਸਿੰਪਟਮ ਇੱਥੇ ਮਿਲ ਜਾਂਦੇ ਨੇ। ਖਾਸ ਤੌਰ 'ਤੇ ਨੁੱਕੜ ਨਾਟਕ ਜਿਹੜਾ ਹੈਗਾ ਹੈ, ਉਹ ਜਿਹੜਾ ਬਾਅਦ ਦੇ ਵਿੱਚ ਸਫਦਰ ਹਾਸ਼ਮੀ ਅਤੇ ਗੁਰਸ਼ਰਨ ਭਾਜੀ ਹੋਰਾਂ ਨੇ ਖੇਡਿਆ, ਉਹ ਪੰਜਾਬ ਦੀ ਬੇਸਿਕ ਫਾਰਮ ਦੇ ਵਿੱਚ, ਪੰਜਾਬ ਦੀ ਲੋਕਧਾਰਾ ਦੇ ਵਿੱਚ ਪਿਆ ਹੈ। ਅਤੇ ਇਹਦੇ ਨਾਲ ਹੀ ਜਿਹੜਾ ਨਾਟਕ ਦੀ ਅਗਲੀ ਜਿਹੜੀ ਫਾਰਮ ਹੈਗੀ ਹੈ ਸਾਡੀ ਲੋਕ ਧਰਤੀ 'ਤੇ, ਉਹ ਹੈਗੀ ਹੈ ਨਚਾਰਾਂ ਦੀ। ਨਚਾਰ ਵੀ ਸਾਡੀ ਲੋਕਧਾਰਾ ਦੇ ਵਿੱਚ, ਸਾਡੇ ਲੋਕ ਨਾਟਕ ਦੇ ਵਿੱਚ ਇਸੇ ਤਰ੍ਹਾਂ ਹੀ ਕੰਮ ਕਰਦੇ ਨੇ। ਬੀਨ ਬਾਜਿਆਂ ਦੀ ਇੱਕ ਪਰੰਪਰਾ ਰਹੀ ਹੈ, ਜਿਹੜੀ ਇੱਕ ਬਹੁਤ ਵੱਖਰੀ ਤਰ੍ਹਾਂ ਦਾ ਇੰਸਟਰੂਮੈਂਟ ਹੈ ਸਾਡੇ ਪੰਜਾਬ ਦਾ। ਉਹਨੂੰ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਜਾਂਦਾ ਹੈ, ਅਤੇ ਉਸ ਤੋਂ ਬਾਅਦ ਬੀਨ ਵੱਜਦੀ ਹੈ, ਬਾਜਾ ਵੱਜਦਾ, ਅਤੇ ਮੂਹਰੇ ਨਚਾਰ ਹੈ ਜਿਹੜਾ ਨੱਚਦਾ ਹੈ। ਉਹਦੇ ਵਿੱਚ ਮੁੰਡਿਆਂ ਨੂੰ ਹੀ ਔਰਤਾਂ ਦੀ ਭੂਮਿਕਾ ਕਰਾਈ ਜਾਂਦੀ ਹੈ, ਕਿਉਂਕਿ ਉਸ ਦੌਰ ਦੇ ਵਿੱਚ ਕੁੜੀਆਂ ਅਲਾਓ ਨਹੀਂ ਹੁੰਦੀਆਂ ਸੀਆਂ, ਕੁੜੀਆਂ ਨੂੰ ਆਗਿਆ ਨਹੀਂ ਦਿੱਤੀ ਜਾਂਦੀ ਸੀ, ਇਸ ਕਰਕੇ ਮੁੰਡੇ ਹੀ ਪਰ ਇਸ ਤਰੀਕੇ ਨਾਲ ਤਿਆਰ ਹੁੰਦੇ ਸੀ ਕਿ ਕਿਸੇ ਨੂੰ ਅਹਿਸਾਸ ਤੱਕ ਨਹੀਂ ਹੁੰਦਾ ਸੀ ਕਿ ਇਹ ਮੁੰਡੇ ਨੇ। ਇਸ ਤਰ੍ਹਾਂ ਸਾਡੀ ਪੂਰੀ ਲੋਕ ਧਾਰਕ ਪਰੰਪਰਾ ਦੇ ਵਿੱਚ ਨਾਟਕ ਵੱਖ-ਵੱਖ ਥਾਂ 'ਤੇ ਖਿੰਡਿਆ ਪਿਆ ਹੈ। ਜਦੋਂ ਅਸੀਂ ਵਿਆਹ ਕਰਦੇ ਹਾਂ, ਹੁਣ ਆਪਾਂ ਵਿਆਹ ਵੱਲ ਆਈਏ, ਸਾਰਾ ਵਿਆਹ ਪੂਰੀ ਦਾ ਪੂਰਾ ਨਾਟਕ ਹੈ। ਵਿਆਹ ਦਾ ਪਹਿਲਾ ਸੀਨ ਜਿਹੜਾ ਹੈਗਾ, ਜਦੋਂ ਅਸੀਂ ਵਿਆਹ ਨੂੰ ਨਾਟਕ ਦੇ ਤੌਰ 'ਤੇ ਦੇਖਦੇ ਹਾਂ, ਪਹਿਲਾ ਸੀਨ ਹੈ ਕਿ ਜਦੋਂ ਅਸੀਂ ਭੇਲੀ ਲੈ ਕੇ ਜਾਂਦੇ ਹਾਂ। ਭੇਲੀ ਲੈਣ ਤੋਂ ਬਾਅਦ ਜਦੋਂ ਵਿਆਹ ਦੇ ਦਿਨ ਆ ਜਾਂਦੇ ਨੇ, ਜਦੋਂ ਕਹਿੰਦੇ ਨੇ ਕਿ ਸਾਹੇ ਬੰਨੀ ਲੱਤ, ਤਾਂ ਜਿਹੜਾ ਮੇਨ ਐਕਟਰ ਹੈ ਵਿਆਹ ਦਾ, ਜਿਹੜਾ ਹੀਰੋ ਹੈ ਵਿਆਹ ਦਾ,
ਉਹਦੀ ਲੱਤ ਸਾਹੇ ਨਾਲ ਬੰਨ੍ਹੀ ਜਾਂਦੀ ਹੈ ਅਤੇ ਉਹਦੇ ਘਰ ਦੇ ਵਿੱਚ ਔਰਤਾਂ ਮੰਚ 'ਤੇ ਆ ਜਾਂਦੀਆਂ ਨੇ, ਲੰਮੇ ਗਾਉਣ ਗਾਉਣ ਲੱਗ ਜਾਂਦੀਆਂ ਨੇ ਕਈ ਦਿਨ ਪਹਿਲਾਂ। ਉਸ ਤੋਂ ਬਾਅਦ ਵਿਆਹ ਵਾਲੇ ਦਿਨ ਸਵੇਰੇ ਮਟਨਾ ਲਾ ਕੇ ਨਹਾਉਣ ਤੋਂ ਲੈ ਕੇ, ਮਟਨਾ ਲਾਉਣਾ ਵੀ ਇੱਕ ਨਾਟਕ ਦਾ ਸੀਨ ਹੈ, ਸੁਰਮਾ ਪਾਉਣਾ ਵੀ ਨਾਟਕ ਦਾ ਸੀਨ ਹੈ, ਸਿਹਰਾ ਬੰਨਣਾ ਵੀ ਨਾਟਕ ਦਾ ਸੀਨ ਹੈ। ਇਹ ਸਾਰੇ ਨਾਟਕ ਦੇ ਸੀਨ ਨੇ ਜਿਹੜੇ ਵਿਆਹ ਦੇ ਨਾਟਕ ਦੇ ਵਿੱਚ ਲਗਾਤਾਰ ਚੱਲ ਰਹੇ ਨੇ। ਬਰਾਤ ਦਾ ਚੜ੍ਹਨਾ, ਬਰਾਤ ਦਾ ਪਹੁੰਚਣਾ, ਉੱਥੇ ਬਹੁਤ ਸਾਰੀਆਂ ਰਸਮਾਂ ਨੇ। ਹੁਣ ਸਿੱਠਣੀਆਂ ਆਪਣੇ ਆਪ ਦੇ ਵਿੱਚ ਕੀ ਨੇ? ਸਿੱਠਣੀਆਂ ਨਾਟਕ ਨੇ। ਦੋ ਤਰ੍ਹਾਂ ਆਪਸ ਦੇ ਵਿੱਚ ਨਾਟਕ ਕਰ ਰਹੀਆਂ ਨੇ। ਇੱਕ ਪਾਸੋਂ ਸਿੱਠਣੀ ਆ ਰਹੀ ਹੈ, ਇੱਕ ਪਾਸੋਂ ਸਿੱਠਣੀ ਆ ਰਹੀ ਹੈ। ਵੇ ਨਲੱਜਿਓ ਲੱਜ ਤੁਹਾਨੂੰ ਨੇ ਸਾਡੇ ਤਾਂ ਵਿਹੜੇ, ਸਾਡੇ ਤਾਂ ਵਿਹੜੇ ਮੁੱਢ ਮਕਈ ਦਾ, ਦਾਣੇ ਤਾਂ ਮੰਗਦਾ ਉਦੜ ਗਈ ਦਾ, ਭੱਠੀ ਤਪਾਉਣੀ ਪਈ ਨੇ ਲੱਜਿਓ ਲੱਜ ਤੁਹਾਨੂੰ ਨਹੀਂ। ਹੁਣ ਇੱਕ ਧਿਰ ਦੂਜੀ ਧਿਰ ਨੂੰ ਕਹਿ ਰਹੀ ਹੈ, ਡਾਇਲੌਗ ਹੈ, ਨਾਟਕ ਹੈ। ਫਿਰ ਸਿੱਠਣੀਆਂ ਤੋਂ ਬਾਅਦ ਆਪਾਂ ਆ ਜਾਈਏ, ਔਰਤਾਂ ਦੋਹੇ ਲਾਉਂਦੀਆਂ ਨੇ, ਜਿਹਨੂੰ ਹੇਰੇ ਕਿਹਾ ਜਾਂਦਾ ਸਾਡੇ ਸੱਭਿਆਚਾਰ ਦੇ ਵਿੱਚ। ਹੇਰੇ ਲਾਉਣਾ ਕੀ ਹੈ? ਬਹੁਤ ਤਰ੍ਹਾਂ ਦੇ ਜਿਹੜੇ ਦੋਹੇ ਨੇ ਔਰਤਾਂ ਲਾਉਂਦੀਆਂ ਨੇ, ਜਿੱਦ ਕੇ ਲਾਉਂਦੀਆਂ ਨੇ। ਉਸ ਤੋਂ ਬਾਅਦ ਫਿਰ ਛੰਦ ਸੁਣਾਏ ਜਾਂਦੇ ਨੇ। ਛੰਦ ਸੁਣਾਉਣਾ ਵੀ ਨਾਟਕ ਹੈ, ਛੰਦੇ ਅੱਗੇ ਆਈਏ ਜਾਈਏ। ਸੋ ਇਹ ਸਾਰੀਆਂ ਨਾਟਕ ਦੀਆਂ ਵਿਆਹ ਦੇ ਵਿੱਚ ਛੋਟੀ ਛੋਟੀ ਨਾਟਕ ਦੀਆਂ ਫਾਰਮ ਦੇ ਨੇ। ਸਾਡਾ ਪੂਰੇ ਦਾ ਪੂਰਾ ਵਿਆਹ ਇੱਕ ਡਰਾਮਾ ਹੈ, ਪੂਰੇ ਦਾ ਪੂਰਾ ਵਿਆਹ ਇੱਕ ਨਾਟਕ ਹੈ। ਉੱਥੇ ਬਹੁਤ ਸਾਰੀਆਂ ਰਸਮਾਂ ਹੁੰਦੀਆਂ ਨੇ। ਫਿਰ ਘਰੇ ਆ ਕੇ ਮਹੱਤਵਪੂਰਨ ਰਸਮ, ਫਿਰ ਪਾਣੀ ਵਾਰਨ ਦੀ ਰਸਮ ਹੈ, ਜਿੱਥੇ ਬੇਬੇ ਐਕਟਰ ਬਣ ਜਾਂਦੀ ਹੈ ਸਾਡੀ। ਦੇਖੋ, ਘਰ ਦਾ ਕੋਈ ਜੀ ਇਸ ਨਾਟਕ ਦਾ ਪਾਰਟ ਬਣਨ ਤੋਂ ਪਿੱਛੇ ਨਹੀਂ ਰਹਿੰਦਾ ਹੈਗਾ। ਹਰ ਜੀ ਭੈਣ ਦਾ ਆਪਣਾ ਹਿੱਸਾ ਹੈ। ਕਿਤੇ ਉਹ ਸਿਹਰੇ ਬਣ ਰਹੀ ਹੈ, ਕਿਤੇ ਉਹ ਬਾਗ ਫੜ ਰਹੀ ਹੈ। ਭਰਜਾਈ ਦਾ ਆਪਣਾ ਹਿੱਸਾ ਹੈ, ਕਿਤੇ ਉਹ ਸੁਰਮਾ ਪਾ ਰਹੀ ਹੈ। ਸਰਬਾਲੇ ਦੇ ਰੂਪ ਦੇ ਵਿੱਚ ਇੱਕ ਬੰਦਾ ਕੋਈ ਛੋਟਾ ਪਰਿਵਾਰ ਦਾ ਜੀ ਨਾਟਕ ਕਰਦਾ ਹੈ। ਦਿਓਰ ਦਾ ਰੋਲ ਹੈ ਕਿ ਗੋਦੀ 'ਚ ਬੈਠ ਰਿਹਾ ਹੈ। ਜੇਠ, ਕੁੜਮ, ਵਿਚੋਲਾ, ਇਹ ਸਾਰਿਆਂ ਦੇ ਕਿਤੇ ਥਾਪੇ ਲੱਗਦੇ ਨੇ, ਕਿਤੇ ਕੁਛ ਹੁੰਦਾ ਕੁਛ ਹੁੰਦਾ। ਸਾਰੇ ਨਾਟਕ ਨੇ। ਸਾਲੀਆਂ ਦਾ ਆਪਣਾ ਨਾਟਕ ਹੈ। ਸੱਸ ਦੇ ਹਿੱਸੇ ਆਪਣਾ ਨਾਟਕ ਆਉਂਦਾ। ਮਿਲਣੀ ਦੇ ਰੂਪ ਦੇ ਵਿੱਚ ਦੋਨੇ ਤਰ੍ਹਾਂ ਦੇ ਜਿਹੜੀ ਵੱਡੀ ਪੀੜ੍ਹੀ ਹੈ ਉਹਨਾਂ ਦਾ ਇੱਕ ਨਾਟਕ ਹੁੰਦਾ ਹੈ। ਕਦੇ ਹੁਣ ਮਾਮੇ ਨੂੰ ਮਾਮਾ ਟੱਕਰਦਾ ਹੈ ਅਤੇ ਪਿਓ ਨੂੰ ਪਿਓ ਟੱਕਰਦਾ ਹੈ। ਫਿਰ ਜਦੋਂ ਘਰ ਦੇ ਵਿੱਚ ਆਉਂਦੇ ਫਿਰ ਬੇਬੇ ਦਾ ਨਾਟਕ ਸ਼ੁਰੂ ਹੋ ਜਾਂਦਾ। ਪਾਣੀ ਵਾਰ ਬੰਨੇ ਦੀਏ ਮਾਏ ਨੀ, ਬੰਨਾ ਬੰਨੀ ਬਾਹਰ ਖੜੇ, ਸੁੱਖਾਂ ਸੁੱਖ ਦੀ ਨੂੰ ਇਹ ਦਿਨ ਆਏ ਨੀ, ਬੰਨਾ ਬੰਨੀ ਬਾਹਰ ਖੜੇ। ਹੁਣ ਇਹ ਕੀ ਹੈ? ਇਹ ਬੇਬੇ ਨਾਟਕ ਕਰ ਰਹੀ ਹੈ, ਬੇਬੇ ਐਕਟਰ ਹੈ ਇੱਥੇ। ਫਿਰ ਉਸ ਤੋਂ ਬਾਅਦ ਦਿਓਰ ਗੋਦੀ 'ਚ ਬੈਠਦਾ ਹੈ। ਹਰ ਥਾਂ 'ਤੇ ਸ਼ਗਨ ਹੈ, ਹਰ ਥਾਂ 'ਤੇ ਰਸਮ ਹੈ। ਉਸ ਤੋਂ ਬਾਅਦ ਫਿਰ ਰਾਤ ਨੂੰ ਗਿੱਧਾ ਪਾਇਆ ਜਾਂਦਾ ਹੈ। ਉਹ ਗਿੱਧਾ ਆਪਣੇ ਆਪ ਦੇ ਵਿੱਚ ਨਾਟਕ ਹੈ। ਜਾਗੋ ਕੱਢੀ ਜਾਂਦੀ ਹੈ, ਗੋਰੇ ਨੇ। ਇਹ ਸਾਰਾ ਕੁਝ ਸਾਡੀ ਵਿਆਹ ਪਰੰਪਰਾ ਦਾ ਹਿੱਸਾ ਹੈ। ਉਸ ਤੋਂ ਅੱਗੇ ਚੱਲੀਏ ਤਾਂ ਸਾਡੀਆਂ ਰਸਮਾਂ ਦੇ ਵਿੱਚ ਬੰਦੇ ਦਾ ਮਰਨਾ ਵੀ ਇੱਕ ਨਾਟਕ ਹੈ। ਮਰਨ ਵੇਲੇ ਵੀ ਉਸ ਨੂੰ ਲਾ ਕੇ ਭੁੰਜੇ ਪਾਉਣ ਵੇਲੇ, ਜਦੋਂ ਬੰਦੇ ਦੀ ਡੈਥ ਹੋ ਜਾਂਦੀ ਹੈ, ਉਸ ਨੂੰ ਲਾ ਕੇ ਮੰਜੇ ਤੋਂ ਲਾ ਕੇ ਉਸ ਨੂੰ ਭੁੰਜੇ ਪਾ ਦਿੱਤਾ ਜਾਂਦਾ ਹੈ। ਅਤੇ ਉਸ ਤੋਂ ਬਾਅਦ ਫਿਰ ਉਸ ਦੀ ਨਹਾਈ ਧੋਈ ਕੀਤੀ ਜਾਂਦੀ ਹੈ। ਦੇਖੋ ਕਿੱਡਾ ਕਮਾਲ ਦਾ ਨਾਟਕ ਹੈ। ਜਦੋਂ ਅਸੀਂ ਮੁਰਦੇ ਦਾ ਇਸ਼ਨਾਨ ਕਰਾਉਂਦੇ ਹਾਂ, ਪਤਾ ਹੈ ਕਿ ਮੁਰਦੇ ਦੀ ਡੈਥ ਹੋਈ ਹੈ, ਪਤਾ ਹੈ ਕਿ ਇਹਨੇ ਜਿਉਣਾ ਨਹੀਂ ਹੈਗਾ, ਪਰ ਅਸੀਂ ਜਿੰਨਾ ਬੰਦੇ ਦਾ ਆਏ ਦਾ ਸਵਾਗਤ ਕਰਦੇ ਹਾਂ, ਉਨਾ ਹੀ ਬੰਦੇ ਨੂੰ ਵਿਦਾਇਗੀ ਦੇਣ ਵੇਲੇ ਵੀ ਉਨੀ ਰੀਸ ਹੁੰਦੀ ਆ ਉਹਦੇ ਵਿੱਚ। ਉਹਦਾ ਮੂੰਹ ਧੋਤਾ ਜਾਂਦਾ ਹੈ। ਜੇ ਉਹਦੀ ਦਾੜੀ ਰੱਖੀ ਹੋਈ ਹੈ ਤਾਂ ਦਾੜੀ ਧੋਤੀ ਜਾਂਦੀ ਹੈ। ਉਹਦੇ ਸਿਰ 'ਤੇ ਪੱਗ ਬੰਨ੍ਹੀ ਜਾਂਦੀ ਹੈ। ਉਹਦੇ ਕੱਪੜੇ ਪਾਏ ਜਾਂਦੇ ਨੇ। ਅਤੇ ਉਸ ਤੋਂ ਬਾਅਦ ਉਸ ਨੂੰ ਮੋਢਿਆਂ 'ਤੇ ਰੱਖ ਕੇ ਅਸੀਂ ਸ਼ਮਸ਼ਾਨ ਘਾਟ ਤੱਕ ਲੈ ਕੇ ਜਾਂਦੇ ਹਾਂ। ਮੱਗੀ ਭੰਨੀ ਜਾਂਦੀ ਹੈ, ਪਿੰਨ ਪਾਏ ਜਾਂਦੇ ਨੇ, ਇੱਕ ਬੰਦਾ ਅਗਨੀ ਦਿੰਦਾ ਹੈ। ਸਾਰੀਆਂ ਕਿੰਨੀਆਂ ਨਾਟਕ ਦੀਆਂ ਜਿਹੜੀਆਂ ਰਸਮਾਂ ਨੇ, ਕਿੰਨੇ ਬੰਦੇ ਇਨਵੋਲਵ ਨੇ। ਉੱਥੇ ਵੀ ਉਵੇਂ ਜਿਵੇਂ ਵਿਆਹ ਵੇਲੇ ਹਰ ਬੰਦਾ ਇਨਵੋਲਵ ਹੈ। ਕੋਈ ਕਾਨੀ ਲੱਗਣ ਵੇਲੇ ਇਨਵੋਲਵ ਹੁੰਦਾ, ਕੋਈ ਮੂੰਹ ਦੇਖਣ ਵੇਲੇ ਇਨਵੋਲਵ ਹੁੰਦਾ, ਕੋਈ ਅੱਗ ਦੇਣ ਵੇਲੇ ਇਨਵੋਲਵ ਹੁੰਦਾ, ਕੋਈ ਫੁੱਲ ਚੁਗਣ ਵੇਲੇ ਇਨਵੋਲਵ ਹੁੰਦਾ। ਇਹਦਾ ਮਤਲਬ ਸਾਰੇ ਐਕਟਰ ਨੇ ਉਸ ਨਾਟਕ ਦੇ ਵੀ। ਸੋ ਇਹ 1000 ਸਾਲ ਘੱਟੋ ਘੱਟ ਸਾਡਾ ਨਾਟਕ, ਪੰਜਾਬੀ ਨਾਟਕ ਹੈ ਜਿਹੜਾ ਸਾਡੀ ਲੋਕ ਧਾਰਾ ਰਾਹੀਂ ਜਿਉਂਦਾ ਰਿਹਾ। ਅਤੇ ਅਸੀਂ ਸਾਰਿਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੰਮਣ ਤੋਂ ਲੈ ਕੇ ਮਰਨ ਤੱਕ ਬਹੁਤ ਵੇਲੇ ਨਾਟਕ ਕੀਤੇ ਨੇ। ਵਿਆਹ ਵੇਲੇ ਤਾਂ ਖਾਸ ਤੌਰ 'ਤੇ, ਕਿਉਂਕਿ ਹਰ ਬੰਦੇ ਦੇ 3 ਫੇਜ਼ ਨੇ। ਇੱਕ ਜੰਮਣ ਦਾ ਫੇਜ਼ ਹੈ, ਇੱਕ ਵਿਚਕਾਰਲਾ ਵਿਆਹ ਦਾ ਫੇਜ਼ ਹੈ, ਇੱਕ ਮਰਨ ਦਾ ਫੇਜ਼ ਹੈ। ਅਤੇ ਜਿਹੜਾ ਜੰਮਣ ਦਾ ਫੇਜ਼ ਹੁੰਦਾ, ਇਹ ਬੰਦੇ ਦੇ ਆਪਣੇ ਹੱਥ 'ਚ ਨਹੀਂ ਹੁੰਦਾ ਹੈਗਾ।
ਉਦੋਂ ਉਸ ਐਕਟਰ ਨੂੰ, ਉਸ ਬੱਚੇ ਐਕਟਰ ਨੂੰ ਕੋਈ ਸਮਝ ਨਹੀਂ ਹੁੰਦੀ ਹੈਗੀ ਕਿ ਮੈਂ ਕਰਨਾ ਕੀ ਹੈ। ਉਦੋਂ ਤਾਂ ਜਿਹੜੇ ਬਾਕੀ ਐਕਟਰ ਨੇ ਉਸ ਨੂੰ ਗੋਦੀਆਂ ਚੁੱਕ ਚੁੱਕ ਕੇ ਖਿਡਾਉਂਦੇ ਨੇ, ਉਦੋਂ ਗੁੜਤੀ ਦਿੰਦੇ ਨੇ, ਹੋਰ ਸਾਰਾ ਕੁਝ ਕਰਦੇ ਨੇ। ਮਰਨ ਵੇਲੇ ਵੀ ਇਸ ਐਕਟਰ ਨੂੰ ਪਤਾ ਨਹੀਂ ਹੁੰਦਾ ਕਿ ਮੈਂ ਕੀ ਕਰਨਾ ਹੈ। ਬੰਦਾ ਆਪਣੇ ਜਿਉਂਦੇ ਜੀ ਹਰੇਕ ਬੰਦਾ ਸਭ ਤੋਂ ਵੱਡਾ ਨਾਟਕ ਕਰਦਾ ਆਪਣੇ ਵਿਆਹ ਵੇਲੇ, ਜਿਹਦੇ ਵਿੱਚ ਉਹ ਨਾਟਕ ਦਾ ਨਾਇਕ ਹੁੰਦਾ ਹੈ, ਜਿਹਦੇ ਵਿੱਚ ਇੱਕ ਸਰਬਾਲਾ ਹੁੰਦਾ, ਉਹਦਾ ਸਹਾਇਕ ਹੁੰਦਾ ਹੈ, ਉਹਦੀ ਇੱਕ ਹੀਰੋਇਨ ਹੁੰਦੀ ਹੈ, ਉਹਦੀ ਪਤਨੀ ਹੁੰਦੀ ਹੈ, ਉਹਦੇ ਸਾਈਡ ਤੇ ਜਿਹੜੇ ਸਹਾਇਕ ਪਾਤਰ ਹੁੰਦੇ ਨੇ, ਮਾਂ ਬਾਪ, ਭੈਣ ਭਰਾ, ਦਿਓਰ ਜੇਠ, ਕੁੜਮ ਕੁੜਮਣੀ, ਤੇਤੇ ਪਤੇਤੇ, ਸਾਰੇ ਜਿਹੜੇ ਹੈਗੇ ਨੇ ਉਹ ਉਸ ਨਾਟਕ ਦੇ ਪਾਤਰ ਹੁੰਦੇ ਨੇ। ਅਤੇ ਬਹੁਤ ਖੂਬਸੂਰਤੀ ਨਾਲ ਇਹ ਨਾਟਕ ਬੰਦਾ ਕਰਦਾ ਹੈ। ਅਤੇ ਅੱਜ ਕੱਲ੍ਹ ਤਾਂ ਜੇ ਵਿਆਹਾਂ ਨੂੰ ਆਪਾਂ ਦੇਖ ਲਈਏ ਤਾਂ ਉਹ ਪ੍ਰੀ ਵੈਡਿੰਗ ਸ਼ੂਟ ਕੀ ਹੈ, ਪ੍ਰੀ ਵੈਡਿੰਗ ਸ਼ੂਟ ਆਪਣੇ ਆਪ ਦੇ ਵਿੱਚ ਹੀ ਇੱਕ ਨਾਟਕ ਵਾਂਗੂ ਕੀਤਾ ਜਾਂਦਾ। ਅੱਜ ਕੱਲ੍ਹ ਤਾਂ ਕਹੀ ਇਹ ਜਾਂਦਾ ਕਿ ਸਾਰਾ ਵਿਆਹ ਕੈਮਰਾਮੈਨ ਦੇ ਮੁਤਾਬਕ ਹੀ ਹੁੰਦਾ। ਉਹ ਦੱਸਦਾ ਕਿ ਹੁਣ ਤੁਸੀਂ ਐਂ ਤੁਰਨਾ ਹੈ, ਇੱਥੇ ਬੈਠਣਾ ਹੈ, ਆਹ ਹੱਥ ਨੂੰ ਇੱਧਰ ਰੱਖਣਾ, ਇਸ ਹੱਥ ਨੂੰ ਇੱਧਰ ਰੱਖਣਾ ਹੈ, ਨਿਗਾਹ ਇੱਧਰ ਰੱਖਣੀ ਹੈ। ਹੁਣ ਤਾਂ ਇਹ ਸਗੋਂ ਇਹ ਰਸਮੀ ਨਾਟਕ ਹੋ ਗਿਆ। ਪਹਿਲਾਂ ਗੈਰ ਰਸਮੀ ਨਾਟਕ ਸੀ ਸਾਡਾ ਇਹ, ਪਰ ਬਹੁਤ ਖੂਬਸੂਰਤ ਨਾਟਕ ਸੀ। ਹੁਣ ਇਹਦੇ ਵਿੱਚ ਬਹੁਤ ਮਕੈਨੀਕਲ ਟੱਚ ਆ ਗਏ ਸਾਡੇ ਵਿਆਹਾਂ ਦੇ ਵਿੱਚ, ਪਰ ਨਾਟਕ ਅੱਜ ਉਸ ਤੋਂ ਜ਼ਿਆਦਾ ਹੋ ਰਿਹਾ ਹੈ। ਅੱਜ ਕੱਲ੍ਹ ਤਾਂ ਰਿਹਰਸਲਾਂ ਹੁੰਦੀਆਂ ਨੇ ਬਕਾਇਦਾ ਕਿ ਤੂੰ ਐਂ ਬੋਲਣਾ, ਇੱਥੇ ਖੜਨਾ, ਇੱਥੇ ਬੈਠਣਾ ਹੈ। ਪਹਿਲਾਂ ਸਾਡੇ ਵਿਆਹਾਂ ਦੇ ਵਿੱਚ ਕੈਮਰਾ ਫਾਲੋ ਕਰਦਾ ਸੀ ਕਰੈਕਟਰਸ ਨੂੰ, ਹੁਣ ਕਰੈਕਟਰ ਫਾਲੋ ਕਰਦੇ ਨੇ ਕੈਮਰੇ ਨੂੰ। ਹੁਣ ਕੈਮਰੇ ਵਾਲੇ ਦੇ ਮੁਤਾਬਕ ਸਾਰਾ ਕੁਝ ਕੀਤਾ ਜਾਂਦਾ ਹੈ। ਸੋ ਇਸੇ ਤਰ੍ਹਾਂ ਹੀ ਮਰਨ ਵੇਲੇ ਫਿਰ ਲਾਉਣੀਆਂ ਹੁੰਦੀਆਂ ਨੇ, ਵੈਣ ਹੁੰਦੇ ਨੇ, ਕੀਰਨੇ ਹੁੰਦੇ ਨੇ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਨਾਟਕ ਹੈ। ਅਤੇ ਤੁਹਾਨੂੰ ਪਤਾ ਹੈ ਜਿਨ੍ਹਾਂ ਨੂੰ, ਪੰਜਾਬ ਵਾਲਿਆਂ ਨੂੰ, ਕਿ ਇੱਥੇ ਨੈਣਾਂ ਦਾ ਕੰਮ ਸੀ ਬਕਾਇਦਾ, ਕਿ ਉਹਨਾਂ ਨੂੰ ਟ੍ਰੇਨਡ ਕੀਤਾ ਜਾਂਦਾ ਸੀ ਕਿ ਉਹਨਾਂ ਨੇ ਜਾ ਕੇ ਰੋਣਾ ਹੈ, ਉਹਨਾਂ ਨੇ ਜਾ ਕੇ ਪਿੱਟਣਾ ਹੈ, ਉਹਨਾਂ ਨੇ ਜਾ ਕੇ ਸਿਆਪਾ ਕਰਨਾ ਹੈ। ਕਮਾਲ ਦੀ ਗੱਲ ਇਹ ਹੈ ਕਿ ਇਹ ਬੜਾ ਮਨੋਵਿਗਿਆਨਕ ਨਾਟਕ ਹੈ। ਜਿਹੜਾ ਬੰਦਾ ਮਰਦਾ ਹੈ ਉਹਦੇ ਜਿਹੜੇ ਨੇੜਲੇ ਬੰਦੇ ਹੁੰਦੇ ਨੇ, ਇੱਕ ਜਾਂ ਦੋ ਜਾਂ ਤਿੰਨ ਜਾਂ ਚਾਰ ਘਰ ਦੇ ਵਿੱਚ, ਜਿਵੇਂ ਮਰਨ ਵਾਲੇ ਦੀ ਪਤਨੀ ਹੋ ਸਕਦੀ ਹੈ, ਮਾਂ ਹੋ ਸਕਦੀ ਹੈ, ਪੁੱਤ ਹੋ ਸਕਦਾ, ਭੈਣ ਹੋ ਸਕਦੀ ਹੈ, ਉਹਨਾਂ ਦਾ ਰੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇ ਉਹ ਨਹੀਂ ਰੋਣਗੇ ਤਾਂ ਉਹ ਪੱਥਰ ਹੋ ਸਕਦੇ ਨੇ, ਉਹ ਪਾਗਲ ਹੋ ਸਕਦੇ ਨੇ, ਉਹ ਖੁਦਕੁਸ਼ੀ ਕਰ ਸਕਦੇ ਨੇ, ਉਹ ਕੁਝ ਵੀ ਕਰ ਸਕਦੇ ਨੇ। ਇਸ ਕਰਕੇ ਉਹਨਾਂ ਨੂੰ ਰਵਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਰਵਾਉਣ ਵਾਸਤੇ ਇੱਕ ਮਾਹੌਲ ਕ੍ਰੀਏਟ ਕੀਤਾ ਜਾਂਦਾ ਹੈ। ਅਤੇ ਜਿਹੜੀਆਂ ਨੈਣਾਂ ਬਕਾਇਦਾ ਇਸ ਵਾਸਤੇ ਤਿਆਰ ਕੀਤੀਆਂ ਜਾਂਦੀਆਂ ਸੀਆਂ, ਤਾਂ ਉਹਨਾਂ ਦਾ ਕੰਮ ਹੀ ਇਹ ਸੀ ਕਿ ਉਹਨਾਂ ਨੇ ਜਾ ਕੇ ਇਸ ਤਰੀਕੇ ਨਾਲ ਮਿਊਜ਼ਿਕ ਦੇ ਵਿੱਚ, ਰਿਦਮ ਦੇ ਵਿੱਚ ਗਾਉਣਾ ਕਿ ਮੱਲੋ ਮੱਲੀ ਉਸ ਬੰਦੇ ਦਾ ਰੋਣ ਆ ਜੇ। ਅਤੇ ਤੁਸੀਂ ਇਮੈਜਨ ਕਰੋ, ਸੋਚੋ, ਤੁਸੀਂ ਉਹਦਾ ਪਾਰਟ ਬਣ ਕੇ ਦੇਖੋ। ਜਦੋਂ ਆਪਾਂ ਕਿਤੇ ਕਿਸੇ ਦੇ ਬੈਠਣ ਜਾਂਦੇ ਹਾਂ, ਅਸੀਂ ਬੈਠੇ ਰਹਿੰਦੇ ਹਾਂ, ਪਰ ਜਦੋਂ ਇੱਕਦਮ ਚੀਕ ਵੱਜਦੀ ਹੈ, ਜਦੋਂ ਕੋਈ ਔਰਤ ਆ ਕੇ ਰੋਣਾ ਸ਼ੁਰੂ ਕਰਦੀ ਹੈ, ਜਾਂ ਜਦੋਂ ਅਰਥੀ ਨੂੰ ਚੱਕਦੇ ਹਾਂ ਆਪਾਂ, ਉਦੋਂ ਇੱਕਦਮ ਰੋਣ ਦਾ ਮਾਹੌਲ ਪੈਦਾ ਹੁੰਦਾ ਹੈ। ਤਾਂ ਘਰ ਦੇ ਮੇਨ ਜੀਆਂ ਨੇ ਤਾਂ ਚੀਕਾਂ ਉਹਨਾਂ ਦੇ ਨਿਕਲੀਆਂ ਨੇ, ਹਰ ਬੰਦਾ ਰੋ ਪੈਂਦਾ ਉਸ ਵੇਲੇ। ਇਹ ਬਹੁਤ ਖੂਬਸੂਰਤ ਗੱਲ ਹੈ ਇਸ ਨਾਟਕ ਦੀ, ਕਿ ਉਹ ਰੋਣਾ ਬਹੁਤ ਇੰਪੋਰਟੈਂਟ ਹੈ। ਇਸ ਕਰਕੇ ਇੱਕ ਸੈਕਸ਼ਨ ਨੂੰ, ਕੁਝ ਔਰਤਾਂ ਨੂੰ ਸਪੈਸ਼ਲ ਇਹਦੀ ਤਿਆਰੀ ਕਰਾਈ ਜਾਂਦੀ ਸੀ। ਉਹਨਾਂ ਦੇ, ਉਹ ਪ੍ਰੋਫੈਸ਼ਨਲ ਸੀ। ਉਹ ਬੜਾ ਇੱਕ ਮਸ਼ਹੂਰ ਇੱਕ ਚੁਟਕਲਾ ਵੀ ਇਹਦੇ ਨਾਲ, ਚੁਟਕਲਾ ਨਹੀਂ, ਉਹਨਾਂ ਗਾਉਣ ਹੀ ਹੈ ਕਿ ਜਾ ਰਹੀਆਂ ਸੀ ਨੈਣਾ, ਕਿ ਉਹਨਾਂ ਨੇ ਛੱਲੀਆਂ ਰਸਤੇ ਦੇ ਵਿੱਚ ਲੈ ਲਈਆਂ ਅਤੇ ਕੁਝ ਆਪਣੇ ਘੱਗਰਿਆਂ ਦੇ ਵਿੱਚ ਟੰਗ ਲਈਆਂ, ਘੱਗਰੇ ਬਹਿ ਕੇ ਜਾਂਦੀਆਂ ਹੁੰਦੀਆਂ ਸੀਆਂ। ਜਾ ਕੇ ਉੱਥੇ ਪਿੱਟ ਸਿਆਪਾ ਕਰਨ ਲੱਗੀਆਂ, ਅਤੇ ਜਦੋਂ ਪਿੱਟ ਸਿਆਪਾ ਕੀਤਾ, ਪੱਟਾਂ 'ਤੇ ਹੱਥ ਮਾਰ ਕੇ, ਤਾਂ ਛੱਲੀਆਂ ਥੱਲੇ ਡਿੱਗਣ ਲੱਗ ਗਈਆਂ। ਅਤੇ ਫਿਰ ਉਹ ਹੁਣ ਕਿਵੇਂ ਰੋਕਣ ਉਸ ਨੂੰ, ਤਾਂ ਉਹਨਾਂ ਨੇ ਆਪਦੇ ਜਿਹੜੇ ਵੈਣਾਂ ਦੇ ਵਿੱਚ ਹੀ ਨਾ ਕਿਹਾ ਕਿ ਕੱਲੋ ਕੋਟ ਲਈਏ ਨਹੀਂ ਤੂੰ ਆਪਣਾ ਆਪ ਸੰਭਾਲ, ਕੱਲੋ ਕੋਟ ਲਈਏ ਨਹੀਂ ਤੇਰੇ ਡਿੱਗ ਡਿੱਗ ਪੈਣ ਹਥਿਆਰ, ਕੱਲੋ ਕੋਟ ਲਈਏ। ਤਾਂ ਉਹ ਇਸ਼ਾਰਾ ਹੋ ਜਾਂਦਾ ਹੈ ਅਤੇ ਉਹ ਮਤਲਬ ਉਸ ਨੂੰ, ਛੱਲੀਆਂ ਨੂੰ ਜਿਹੜੀਆਂ ਹੈਗੀਆਂ ਸਾਂਭ ਲੈਂਦੀਆਂ ਨੇ। ਸੋ ਮਤਲਬ ਇਹ ਕਲਾਵਾਂ ਨੇ ਸਾਡੀਆਂ ਬਹੁਤ ਖੂਬਸੂਰਤ ਤਰੀਕੇ ਨਾਲ, ਜਿਹੜੀਆਂ ਸਾਡੀ ਧਰਤੀ 'ਤੇ ਇਸ ਤਰ੍ਹਾਂ ਪੈਦਾ ਹੋਈਆਂ। ਇਹਨਾਂ ਸਾਰੀਆਂ ਕਲਾਵਾਂ ਤੋਂ ਬਾਅਦ ਫਿਰ ਸਾਡੇ ਕੋਲੇ ਜਿਹੜਾ ਨਾਟਕ ਦਾ ਅਗਲਾ ਰੂਪ ਆਉਂਦਾ ਹੈ। ਤੌਲਾ ਸਾਹਿਬ ਮੈਨੂੰ ਦੱਸ ਦਿਓ ਟਾਈਮ ਟੂਮ ਕਿੰਨਾ ਕੁ ਲਾਉਣਾ, ਮੇਰੇ ਕੋਲ ਖੁੱਲ੍ਹੇ ਹੀ ਟਾਈਮ ਹੁੰਦੇ ਨੇ। ਅਗਲਾ ਜਿਹੜਾ ਆਉਂਦਾ ਹੈ ਉਹ ਇਹ ਹੈ ਕਿ ਸਾਡੇ ਕੋਲੇ ਕੁਝ ਟੀਮਾਂ ਬਾਹਰੋਂ ਆਉਂਦੀਆਂ ਰਹੀਆਂ, ਉਹਦੇ ਵਿੱਚ ਰਾਸ ਧਾਰੀਏ ਆਉਂਦੇ ਰਹੇ, ਜਿਹਨੂੰ ਰਾਸ ਲੀਲਾ ਕਿਹਾ ਜਾਂਦਾ ਹੈ। ਰਾਸ ਲੀਲਾ ਦੀ ਆਪਣੀ ਇੱਕ ਪਰੰਪਰਾ ਹੈ, ਜਿਹੜੀ ਮਥੁਰਾ ਤੋਂ ਅਤੇ ਬ੍ਰਿੰਦਾਬਨ ਤੋਂ ਚੱਲਦੀ ਹੈ। ਅਤੇ ਇੱਕ ਰਾਸ ਲੀਲਾ ਅਤੇ ਇੱਕ ਰਾਮ ਲੀਲਾ, ਦੋ ਚੀਜ਼ਾਂ ਜਿਹੜੀਆਂ ਧਾਰਮਿਕਤਾ ਦੇ ਵਿੱਚੋਂ ਸਾਡੇ ਕੋਲੇ ਆ ਰਹੀਆਂ ਨੇ। ਇਹ ਦੋਨੇ ਹੀ ਜਿਹੜੀਆਂ ਹੈਗੀਆਂ ਨੇ ਇੱਕ ਕਿਸਮ ਦਾ ਲੋਕ ਨਾਟਕ ਦੀ ਫਾਰਮ ਦੇ ਵਿੱਚ ਹੀ ਆਉਂਦੀਆਂ ਨੇ। ਰਾਸ ਧਾਰੀਏ ਬਾਹਰੋਂ ਆਉਂਦੇ ਸੀ, ਰਾਮਲੀਲਾ ਸਾਡੀਆਂ ਆਪਣੀਆਂ ਲੋਕਲ ਟੀਮਾਂ ਕਰਦੀਆਂ ਸੀਆਂ।
ਰਾਸਧਾਰੀ ਜਿਹੜੇ ਹੈਗੇ ਨੇ ਉਹ ਕ੍ਰਿਸ਼ਨ ਲੀਲਾ ਕਰਦੇ ਸੀ ਤੇ ਰਾਮਧਾਰੀ ਜਿਹੜੇ ਰਾਮ ਦੀ ਲੀਲਾ ਕਰਦੇ ਸੀ। ਰਾਮਲੀਲਾ ਹੁਣ ਵੀ ਹੁੰਦੀ ਹੈ, 7 ਦਿਨ ਨਾਟਕ ਚੱਲਦਾ ਸਾਡੀਆਂ ਸਟੇਜਾਂ ਦੇ ਉੱਤੇ, ਉਹਨੂੰ ਵੀ ਲੋਕ ਅਜੇ ਤੱਕ ਨਿਭਾ ਰਹੇ ਨੇ। ਤੇ ਰਾਸਧਾਰੀ ਹੁਣ ਸਾਡੇ ਕੋਲੇ ਘੱਟ ਆ ਰਹੇ ਨੇ, ਪਰ ਅਸੀਂ ਸਾਰਿਆਂ ਨੇ ਲਗਭਗ ਇਹ ਦੇਖਿਆ ਕਿ ਉਹ ਇੱਥੇ ਆਉਂਦੇ ਰਹੇ ਨੇ ਤੇ ਕਈ ਦਿਨ ਲਗਾਤਾਰ ਰਹਿ ਕੇ ਇੱਕ ਥਾਂ 'ਤੇ ਉਹ ਪੂਰੇ ਕ੍ਰਿਸ਼ਨ ਦਾ ਜਿਹੜਾ ਹੈਗਾ ਨਾਟਕ ਹੈ ਉਹ ਕਰਦੇ ਰਹੇ ਨੇ ਸਾਡੀਆਂ ਧਰਤੀਆਂ ਦੇ ਉੱਤੇ। ਤੇ ਇਹਦੇ ਨਾਲ ਦੀ ਨਾਲ ਅਸੀਂ ਇੱਕ ਪਰੰਪਰਾ ਸਾਡੇ ਪਾਰਸੀ ਨਾਟਕਾਂ ਦੀ ਵੀ ਰਹੀ ਹੈ। ਪਾਰਸੀ ਕੰਪਨੀਆਂ ਹਿੰਦੁਸਤਾਨ ਦੇ ਵਿੱਚ ਆਈਆਂ ਬਾਹਰੋਂ। ਪਾਰਸੀ ਇੱਕ ਕਮਿਊਨਿਟੀ ਹੈ ਦੁਨੀਆ ਦੀ, ਉਹ ਮਤਲਬ ਉਹ ਬੇਸਿਕਲੀ ਹਿੰਦੁਸਤਾਨੀ ਨਹੀਂ, ਪਰ ਹਿੰਦੁਸਤਾਨ ਦੇ ਵਿੱਚ ਬਹੁਤ ਥਾਵਾਂ 'ਤੇ ਆ ਕੇ ਵਸੇ। ਤੇ ਉਹਨਾਂ ਨੇ ਉਸ ਦੌਰ ਦੇ ਵਿੱਚ ਲੋਕਾਂ ਦਾ ਮਨੋਰੰਜਨ ਕੀਤਾ ਜਦੋਂ ਫਿਲਮਾਂ ਇੰਟਰੋਡਿਊਸ ਨਹੀਂ ਹੋਈਆਂ ਸੀਗੀਆਂ, ਜਦੋਂ ਸਾਡੇ ਕੋਲੇ ਨਾਟਕ ਦੀ ਪਰੰਪਰਾ ਉਸ ਰੂਪ ਦੇ ਵਿੱਚ ਸਟੇਜ ਨਾਟਕ ਦੀ ਪਰੰਪਰਾ ਨਹੀਂ ਸੀ, ਤਾਂ ਉਦੋਂ ਪਾਰਸੀ ਮੰਡਲੀਆਂ ਨੇ ਪਹਿਲਾਂ ਪਾਰਸੀ ਮੰਡਲੀਆਂ ਨੇ ਨਾਟਕ ਖੇਡੇ, ਯੂਰਪ ਦੇ ਨਾਟਕ, ਜਿਹਦੇ ਵਿੱਚ ਸ਼ੇਕਸਪੀਅਰ ਦੇ ਨਾਟਕ ਉਹਨਾਂ ਨੇ ਖੇਡੇ। ਪਰ ਹੌਲੀ ਹੌਲੀ ਉਹਨਾਂ ਨੇ ਹਿੰਦੁਸਤਾਨ ਦੀਆਂ ਜਿਹੜੀਆਂ ਕਥਾਵਾਂ ਨੂੰ, ਇੰਦਰ ਦੇ ਅਖਾੜੇ ਨੂੰ ਤੇ ਹੋਰ ਪਰੰਪਰਾਵਾਂ ਨੂੰ, ਰਾਜਾ ਹਰੀਸ਼ ਚੰਦਰ ਨੂੰ, ਇਹਨਾਂ ਨੂੰ ਜਿਹੜੇ ਬਾਅਦ ਦੇ ਵਿੱਚ ਸਾਡੀ ਕਵਿਸ਼ਰੀ ਪਰੰਪਰਾ ਦੇ ਵਿੱਚ ਵੀ ਆ ਜਾਂਦੇ ਨੇ, ਇਹਨਾਂ ਦੇ ਨਾਟਕ ਕਰਨੇ ਸ਼ੁਰੂ ਕੀਤੇ। ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਵੀ ਪਾਰਸੀ ਨਾਟਕ ਮੰਡਲੀਆਂ ਖੇਡਦੀਆਂ ਰਹੀਆਂ ਨਾਟਕ। ਸੋ ਪਾਰਸੀ ਪਰੰਪਰਾ, ਰਾਸ ਲੀਲਾ ਦੀ ਪਰੰਪਰਾ, ਰਾਮਲੀਲਾ ਦੀ ਪਰੰਪਰਾ, ਇਹ 3 ਪਰੰਪਰਾਵਾਂ ਸਾਡੇ ਕੋਲੇ ਜਿਹੜੀਆਂ ਨਾਟਕ ਦੀਆਂ ਰਹੀਆਂ, ਜਿਹੜੀਆਂ ਲੋਕ ਨਾਟਕ ਦੇ ਦਾਇਰੇ ਦੇ ਵਿੱਚ ਆਉਂਦੀਆਂ ਨੇ। ਸੋ ਇਸ ਤੋਂ ਬਾਅਦ ਫਿਰ ਕਿਤੇ ਜਾ ਕੇ ਮਤਲਬ ਸਾਡਾ ਜਿਹੜਾ ਨਾਟਕ ਬੇਸਿਕਲੀ ਤਾਂ ਪੰਜਾਬੀ ਨਾਟਕ ਅਸੀਂ ਹੁਣ ਸ਼ੁਰੂਆਤ ਮੰਨਦੇ ਹਾਂ ਉਹਦੀ 1913 ਦੇ ਵਿੱਚ ਆਈ ਸੀ ਨੰਦਾ ਤੋਂ, ਪਰ ਆਈ ਸੀ ਤੇ ਨੰਦਾ ਤੋਂ ਪਹਿਲਾਂ ਵੀ ਸਾਡੇ ਕੋਲੇ ਨਾਟਕ ਸੀ। ਭਾਈ ਵੀਰ ਸਿੰਘ ਦਾ ਜਿਹੜਾ ਨਾਟਕ ਹੈ ਸੁੰਦਰੀ, ਜਾਂ ਉਸ ਨਾਵਲ ਹੈ, ਨਾਵਲ ਨੂੰ ਨਾਟਕ ਦੇ ਰੂਪ ਵਿੱਚ ਖੇਡਿਆ ਗਿਆ, ਜਾਂ ਉਸ ਤੋਂ ਪਹਿਲਾਂ ਰਾਜਾ ਲਖਦਾਤਾ ਸਿੰਘ ਭਾਈ ਵੀਰ ਸਿੰਘ ਦਾ ਨਾਟਕ, ਫਿਰ ਗਿਆਨੀ ਦਿੱਤ ਸਿੰਘ ਹੋਰਾਂ ਨੇ ਮੁੱਢਲੇ ਦੌਰ ਦੇ ਵਿੱਚ ਨਾਟਕ ਲਿਖੇ, ਸ਼ਰਾਬ ਕੌਰ ਵਰਗੇ ਨਾਟਕ, ਬਾਬਾ ਬੁੱਧ ਸਿੰਘ ਹੋਰਾਂ ਨੇ ਚੰਦਰ ਹਰੀ ਤੇ ਹੋਰ ਨਾਟਕ ਲਿਖੇ। ਪਰ ਉਹ ਪਰੰਪਰਾ ਸਟੇਜ 'ਤੇ ਨਹੀਂ ਆ ਸਕੀ ਹੈਗੀ, ਇਸ ਕਰਕੇ ਸਟੇਜ ਨਾਟਕ ਦੇ ਰੂਪ ਦੇ ਵਿੱਚ ਅਸੀਂ ਆਈ ਸੀ ਨੰਦਾ ਤੋਂ ਪੰਜਾਬੀ ਨਾਟਕ ਦੀ ਸ਼ੁਰੂਆਤ ਮੰਨਦੇ ਹਾਂ। ਸੋ ਇੱਥੋਂ ਤੱਕ ਜੇ ਅਸੀਂ ਵਾਪਸ ਜਾਈਏ ਤਾਂ ਸਾਡੀ ਪੂਰੀ ਦੀ ਪੂਰੀ ਲੋਕ ਨਾਟਕੀ ਪਰੰਪਰਾ ਜਿਹੜੀ ਲੋਕ ਧਾਰਾ ਦੇ ਵਿੱਚੋਂ ਆਉਂਦੀ ਹੈ, ਉਹਨੇ ਲਗਭਗ 1000 ਸਾਲ ਤੱਕ ਸਾਡੀਆਂ ਪਰੰਪਰਾ ਦੇ ਵਿੱਚ ਨਾਟਕ ਨੂੰ ਜਿਉਂਦੇ ਰੱਖਿਆ। ਇਹ ਪਰੰਪਰਾ ਇਹੋ ਜਿਹੀ ਸੀ ਜਿਹਦੇ ਵਿੱਚ ਬਹੁਤ ਤਿਆਰੀ ਦੀ ਜ਼ਰੂਰਤ ਨਹੀਂ ਪੈਂਦੀ ਸੀ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ, ਕਿ ਸਾਡੇ ਕੋਲ ਚਿੰਤਨ ਦੀ ਬਹੁਤ ਵੱਡੀ ਪਰੰਪਰਾ ਰਹੀ ਪਹਿਲਾਂ। ਪਰ ਉਸ ਤੋਂ ਬਾਅਦ ਜਦੋਂ ਪੰਜਾਬ ਜੰਗਾਂ ਯੁੱਧਾਂ ਦੇ ਵਿੱਚ ਰੁੱਝ ਗਿਆ, ਜਦੋਂ ਪੰਜਾਬ ਅਖਾੜਾ ਬਣ ਗਿਆ ਯੁੱਧਾਂ ਦਾ, ਉਦੋਂ ਯੁੱਧ ਵਿੱਚ ਤਾਂ ਲੜਨਾ ਹੀ ਸਭ ਤੋਂ ਵੱਡੀ ਲੋੜ ਹੁੰਦੀ ਹੈ। ਤੇ ਪੰਜਾਬ ਦੇ ਵਿੱਚ ਉਦੋਂ 3 ਤਰ੍ਹਾਂ ਦੇ ਮੈਦਾਨ ਹੁੰਦੇ ਸੀ। ਇੱਕ ਜੰਗ ਦਾ ਮੈਦਾਨ, ਜਿੱਥੇ ਪੁੱਤਾਂ ਦੀ ਲੋੜ ਸੀ, ਯੋਧਿਆਂ ਦੀ ਲੋੜ ਸੀ। ਦੂਜਾ ਮੈਦਾਨ ਖੇਤ ਦਾ ਮੈਦਾਨ ਸੀ, ਜਿੱਥੇ ਕਿਸਾਨੀ ਦੇ ਰੂਪ ਦੇ ਵਿੱਚ ਤਾਕਤ ਦੀ ਲੋੜ ਸੀ, ਪੁੱਤਾਂ ਦੀ ਲੋੜ ਸੀ। ਤੀਜਾ ਉਸ ਵੇਲੇ ਖੇਡ ਦਾ ਮੈਦਾਨ ਸੀ, ਉੱਥੇ ਵੀ ਪੂਰੇ ਜੁੱਸਿਆਂ ਵਾਲੇ ਗੱਭਰੂਆਂ ਅਤੇ ਮੁਟਿਆਰਾਂ ਦੀ ਲੋੜ ਸੀ। ਸੋ ਕਹਿਣ ਦਾ ਭਾਵ ਸਾਡਾ ਉਹ ਸਮਾਂ ਉਹਨਾਂ ਮੈਦਾਨਾਂ ਦੇ ਵਿੱਚ ਲੰਘਿਆ ਕਿ ਜਿੱਥੇ ਸੂਰਾ ਸੋ ਪਹਿਚਾਨੀਏ ਜੋ ਲਹਿਰਾ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੇ ਕਬਹੂ ਨਾ ਛਾੜੇ ਖੇਤ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਮੁਰੀ ਆਓ, ਜਾਂ ਫਿਰ 1.25 ਲੱਖ ਸੇ ਏਕ ਲੜਾਊਂ, ਜਾਂ ਜੈਮਲ ਫੱਤਾ, ਦੁੱਲਾ ਭੱਟੀ, ਇਹ ਸਾਰੇ ਸਾਡੇ ਪੰਜਾਬ ਦੇ ਲੋਕ ਨਾਇਕ ਨੇ, ਜਿਹਦੇ ਵਿੱਚ ਜੌਣਾ ਮੋੜ, ਸੁੱਚਾ ਸੂਰਮਾ ਵਰਗੇ ਸਾਰੇ ਆ ਜਾਂਦੇ ਨੇ। ਸੋ ਇਸ ਪਾਸੇ ਜਦੋਂ ਲੜਾਈ ਝਗੜਾ ਦਾ ਦੌਰ ਸੀ, ਉਦੋਂ ਸਾਡਾ ਜਿਹੜਾ ਸਟੇਜ ਨਾਟਕ ਹੈ ਉਹ ਡਿਵੈਲਪ ਨਹੀਂ ਹੋ ਸਕਿਆ ਹੈਗਾ। ਉਸ ਵੇਲੇ ਸਾਡਾ ਨਾਟਕ ਸਾਡੀ ਲੋਕ ਧਾਰਾ ਦੇ ਵਿੱਚ ਜਿਉਂਦਾ ਰਿਹਾ, ਕਿਉਂਕਿ ਸਟੇਜ ਨਾਟਕ ਦੀ ਗੁੰਜਾਇਸ਼ ਨਹੀਂ ਸੀ। ਇੰਨੇ ਐਕਟਰ ਇਕੱਠੇ ਕਰਨੇ, ਉਹਦੀ ਡਾਇਰੈਕਸ਼ਨ ਕਰਨੀ, ਉਹਦੀ ਸਕ੍ਰਿਪਟ ਲਿਖਣੀ, ਉਸ ਤੋਂ ਬਾਅਦ ਉਹਦੀ ਤਿਆਰੀ ਕਰਾਉਣੀ, ਰਿਹਰਸਲਾਂ ਕਰਾਉਣੀਆਂ, ਫਿਰ ਇੱਕ ਦਿਨ ਫਿਕਸ ਕਰਨਾ, ਦਿਨ ਫਿਕਸ ਕਰਨ ਤੋਂ ਬਾਅਦ ਉੱਥੇ ਨਾਟਕ ਕਰਨਾ, ਇਹਦੀ ਕੋਈ ਸਪੇਸ ਹੀ ਨਹੀਂ। ਸਾਡਾ ਤਾਂ ਇਹ ਸੀ ਕਿ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਕਹਿਣ ਦਾ ਕੋਈ ਪਤਾ ਨਹੀਂ ਸੀ ਕਦੋਂ ਹਮਲਾ ਹੋ ਜੇ। ਤੇ ਸਿੰਘਾਂ ਬਾਰੇ ਮਸ਼ਹੂਰ ਹੈ ਕਿ ਸਾਡੀ ਜਿਹੜੀ ਪਰੰਪਰਾ ਦੇ ਵਿੱਚ ਘੋੜੇ ਦੀਆਂ ਕਾਠੀਆਂ ਤੇ ਹੀ ਰਹਿੰਦੇ ਸੀ ਲੋਕ, ਇਹ ਨਹੀਂ ਪਤਾ ਸੀ ਕਦੋਂ ਹੱਲਾ ਪੈ ਜਾਂਦਾ ਸੀ। ਇਸ ਕਰਕੇ ਅਸੀਂ ਹੱਲੇ ਗੁੱਲੇ ਵਾਲੇ ਲੋਕ ਹਾਂ। ਇਹ ਜਿਹੇ ਥਾਵਾਂ 'ਤੇ ਸਟੇਜ ਨਾਟਕ ਨਹੀਂ ਹੁੰਦੇ ਸੀ। ਇਸ ਕਰਕੇ ਅਸੀਂ ਆਪਣੇ ਨਾਟਕ ਦਾ ਜਿਹੜਾ ਭੁੱਸ ਹੈ, ਸਾਰਾ ਆਪਣੇ ਨਾਟਕ ਦੀ ਜਿਹੜੀ ਪਰੰਪਰਾ ਹੈ, ਉਹ ਸਾਡੀ ਲੋਕ ਧਾਰਾ ਰਾਹੀਂ ਜਿਉਂਦੀ ਰੱਖੀ, ਸਾਡੇ ਲੋਕ ਨਾਟਕ ਰਾਹੀਂ ਜਿਉਂਦੀ ਰੱਖੀ, ਜਿਹਦੇ ਵਿੱਚ ਚਾਹੇ ਸਾਡੀਆਂ ਬੋਲੀਆਂ ਹੋਣ, ਚਾਹੇ ਸਾਡੇ ਲੋਕ ਗੀਤ ਹੋਣ, ਚਾਹੇ ਲੰਮੇ ਲੀ ਗੀਤ ਹੋਣ, ਚਾਹੇ ਘੋੜੀਆਂ ਹੋਣ, ਚਾਹੇ ਸੁਹਾਗ ਹੋਣ, ਚਾਹੇ ਸਿੱਠਣੀਆਂ ਹੋਣ, ਚਾਹੇ ਦੋਹੇ ਹੋਣ, ਹੇਰੇ ਹੋਣ, ਚੰਦ ਹੋਣ, ਵਿਆਹ ਦੀਆਂ ਰਸਮਾਂ ਹੋਣ,
ਬਨੀਆਂ ਹੋਣ, ਸਾਲ ਹੋਣ, ਖਿਉੜੇ ਹੋਣ, ਗੋਰੇ ਹੋਵੇ, ਜਾਗੋ ਹੋਵੇ, ਕਵੀਸ਼ਰੀ ਹੋਵੇ, ਢੱਡ ਸਰੰਗੀ ਪਰੰਪਰਾ ਹੋਵੇ, ਤੂੰਬਲ ਗੋਜਾ ਪਰੰਪਰਾ ਹੋਵੇ, ਰਾਮਲੀਲਾ ਹੋਵੇ, ਰਾਸ ਲੀਲਾ ਹੋਵੇ, ਪਾਰਸੀ ਨਾਟਕ ਮੰਡਲੀਆਂ ਹੋਣ, ਇਹ ਸਾਰਾ ਪੰਜਾਬੀ ਨਾਟਕ ਦਾ ਇੱਕ ਵੱਡਾ ਸਾਰਾ ਜਿਹੜਾ ਪਰਸਪੈਕਟਿਵ ਹੈ, ਵੱਡਾ ਸਾਰਾ ਪਰਿਪੇਖ ਹੈ ਪੰਜਾਬੀ ਨਾਟਕ ਦਾ, ਇੱਕ ਬਹੁਤ ਵੱਡਾ ਦਾਇਰਾ ਹੈ ਪੰਜਾਬੀ ਨਾਟਕ ਦਾ, ਲੋਕਧਾਰਾ ਦਾ, ਜਿਹਨੇ 1000 ਸਾਲ ਸਾਡੇ ਨਾਟਕ ਨੂੰ ਜਿਉਂਦਾ ਰੱਖਿਆ। ਅਤੇ ਅਗਲਾ ਜਿਹੜਾ ਹੈਗਾ ਸਾਡਾ ਨਾਟਕ ਕਿਵੇਂ ਡਿਵੈਲਪ ਹੁੰਦਾ ਹੈ 1913 ਤੋਂ ਬਾਅਦ ਜਾਂ 1913 ਤੋਂ ਪਹਿਲਾਂ, ਜਿਹਦੇ ਬਾਰੇ ਮੈਂ ਸੰਕੇਤ ਕੀਤੇ ਨੇ, ਇਹਦੇ ਬਾਰੇ ਆਪਾਂ ਕਦੇ ਫੇਰ ਇਸੇ ਤਰ੍ਹਾਂ ਹੀ ਲੰਮਾ ਸਮਾਂ ਗੱਲ ਕਰਾਂਗੇ। ਮੈਂ ਉਮੀਦ ਕਰਦਾ ਨਾਟਕ ਦੀ ਨਕੜਦਾਦੀ ਬਾਰੇ ਗੱਲ ਕੀਤੀ ਹੈ ਮਲਕੀਤ ਮੀਤ ਹੋਰਾਂ ਨੇ। ਇਹ ਨਵੇਂ ਨਾਟਕ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ, ਆਪਾਂ ਇਹਦੇ ਬਾਰੇ ਅਗਲੇ ਦੌਰ ਦੇ ਵਿੱਚ ਗੱਲ ਕਰਾਂਗੇ, ਅਗਲੇ ਫੇਜ਼ ਦੇ ਵਿੱਚ ਗੱਲ ਕਰਾਂਗੇ, ਜਦੋਂ ਵੀ ਆਪਾਂ ਨੂੰ ਵਕਤ ਮਿਲਿਆ ਉਹ ਆਪਾਂ ਵਿਚਾਰਾਂਗੇ। ਸੋ ਅੱਜ ਲਈ ਇੰਨੀਆਂ ਕੁ ਬੇਨਤੀਆਂ। ਤੁਸੀਂ ਬਹੁਤ ਖੂਬਸੂਰਤੀ ਨਾਲ ਮੇਰਾ ਸਾਥ ਦਿੱਤਾ। ਮੈਂ ਸਾਰਿਆਂ ਦੇ ਜਵਾਬ ਭਾਵੇਂ ਨਹੀਂ ਦੇ ਸਕਿਆ ਕਿਉਂਕਿ ਉਹਦੇ ਨਾਲ ਫਿਰ ਗੱਲ ਰੁਕਦੀ ਸੀ। ਨੋਰਾ ਰਿਚਰਡ ਦੀ ਗੱਲ ਕਰਾਂਗੇ, ਬਹੁਤ ਕੁਛ ਹੈ ਨੋਰਾ ਰਿਚਰਡ ਬਾਰੇ ਕਹਿਣ ਨੂੰ ਮੇਰੇ ਕੋਲੇ। ਮੇਰਾ ਕਿਉਂਕਿ PhD ਕੰਮ ਹੀ ਇਹ 'ਤੇ ਹੈ, ਮੇਰੀ ਕਿਤਾਬ ਹੈ ਭਾਰਤ ਦੀ ਸੰਗੀਤ ਨਾਟਕੀ ਪਰੰਪਰਾ, ਇੱਕ ਵਿਸ਼ਵ ਓਪੇਰਾ ਅਤੇ ਇੱਕ ਪੰਜਾਬੀ ਓਪੇਰਾ। ਕਦੇ ਤੁਸੀਂ ਇਹ ਵੀ ਪੜ੍ਹਨ ਦੀ ਕੋਸ਼ਿਸ਼ ਕਰਿਓ, ਇਹਦੇ ਵਿੱਚੋਂ ਵੀ ਤੁਹਾਨੂੰ ਬਹੁਤ ਕੁਝ ਹੋਰ ਮਿਲੂਗਾ। ਅਤੇ ਅੱਜ ਵਾਲਾ ਲੈਕਚਰ ਵੀ ਜਿਹੜਾ ਲਗਭਗ ਮੇਰੀ PhD ਦੇ ਥੀਸਿਸ 'ਤੇ ਆਧਾਰਿਤ ਸੀ। ਸੋ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਪਿਆਰ। ਲੋਕਧਾਰਾ ਗਰੁੱਪ 'ਤੇ ਮੈਨੂੰ ਮਾਣ ਹੈ। ਇਸ ਗਰੁੱਪ ਨੇ ਪੰਜਾਬ ਦੀ ਲੋਕਧਾਰਾ ਦੇ ਵਿੱਚ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ, ਪੰਜਾਬ ਦੇ ਲੋਕਾਂ ਨੂੰ ਦੁਬਾਰੇ ਜੋੜਨ ਦੀ ਕੋਸ਼ਿਸ਼ ਕੀਤੀ ਹੈ ਆਪਣੇ ਨਾਲ। ਅਤੇ ਇਸ ਵੇਲੇ ਵੱਡੇ ਵੱਡੇ ਵਿਦਵਾਨ ਅਤੇ ਚਿੰਤਕ ਇਸ ਗਰੁੱਪ ਦੇ ਵਿੱਚ ਹੈਗੇ ਨੇ। ਅਤੇ ਕਿਤੇ ਨਾ ਕਿਤੇ ਮੈਨੂੰ ਹਮੇਸ਼ਾ ਮਾਣ ਹੁੰਦਾ ਕਿ ਮੈਂ ਇਸ ਲੋਕਧਾਰਾ ਦਾ ਜਿਉਂਦਾ ਜਾਗਦਾ ਹਿੱਸਾ। ਸੋ ਧੌਲਾ ਸਾਹਿਬ ਅਤੇ ਬਾਕੀ ਸਾਰੇ ਐਡਮਿਨ, ਮੈਨੂੰ ਬਤੌਰ ਐਡਮਿਨ ਵੀ ਇਸ ਗਰੁੱਪ ਦੇ ਕੰਮ ਕਰਨ ਦਾ ਮੌਕਾ ਮਿਲਿਆ ਕੁਝ ਸਮਾਂ। ਸੋ ਉਦੋਂ ਬਾਅਦ ਵਕਤ ਦੀਆਂ ਮਜਬੂਰੀਆਂ ਸੀ, ਮੈਂ ਉਵੇਂ ਐਕਟਿਵ ਨਹੀਂ ਹੋ ਸਕਿਆ। ਸੋ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਪਿਆਰ, ਬਹੁਤ ਬਹੁਤ ਸਤਿਕਾਰ ਅਤੇ ਸਤਿ ਸ਼੍ਰੀ ਅਕਾਲ।